आओ कोई रसना बांझी ना रहे। भट्ट जी ने बड़ा प्यार भरिया इहदे च। साडे मन च शरधा बन जे, सतगुरु नाल प्यार बन जे, सतगुरु जी उत्ते भरोसा बज जे। इहदे वास्ते वो सानू कहंदे आ, अपने मन नू मुखातब करके सानू समझाया, हे मेरे मना गुरु साहब नू सत करके जप, सत करके समझ, परमेश्वर समझ, परमेश्वर करके मन। गुरु गुर गुरु गुर गुरु जप सत कर। 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 प्यार नाल गज के सारी संगत फतेह बजाओ जी। वाहिगुरु जी का खालसा, वाहिगुरु जी की फतेह। सतगुरु गुरु रामदास साहब जी दे गृह विखे धन माता जगत माता माता भानी जी दे गृह विखे गोइंदवाल साहब जी दी महान पवित्र धरती ते साडे पंजवें पातशाह गुरु अर्जन देव महाराज सच्चे पातशाह जी ने आगमन धारण किया जी। भट्ट जी लिखते हैं, कहते हैं गुर अर्जन घर गुर रामदास भगत उतर आयो। कहते बड़े बड़े भगत परमेश्वर दे गुरु अर्जन देव साहब जी गुरु रामदास जी के घर विच आप आए हैं। फिर बचपन का जिक्र किया, कहते गुरु अर्जन देव साहब सच्चे पातशाह तै जन्मत गुरमत ब्रह्म पछाणियो। महाराज तुसी जन्म तो गुरमत नूं जाणिया। बाबा जी आम ही सानू गुरमत का अर्थ दसदे है कि मुख च नाम होना, हिरदे च ध्यान होना, मोह रहत जीवन होना, ये गुरमत है। हे गुरु अर्जन देव साहब सच्चे पातशाह सच्ची सरकार, आप जी ने जन्म तो ही महाराज गुरमत नूं जाणिया, ब्रह्म नूं पछाण लिया। सतगुरु गुरु अर्जन देव महाराज का जदों आगमन होया, गुरु अमरदास साहब जी गुरता गद्दी ते सुभाईमान हैं, गुरु रामदास जी सेवक के रूप विच हैं। सतगुरु जी का आगमन होया जी। दो भरा पहला भी ने गुरु अर्जन देव साहब सच्चे पातशाह जी दे, पर गुरु अमरदास जी की सब तो वध खुशी गुरु अर्जन देव महाराज जी उत्ते हुई है। महाराज सच्चे पातशाह ने बचपन च तुसी बचपन के बचन सुने आ, दोहे था बाणी का बोहे था। वो किस समय होया? गुरु अमरदास साहब आसण ते बैठे मंजी ते गुरु अर्जन देव साहब सच्चे पातशाह ने पावा फड़िया, मंजी हिल गई है। इतिहास च लिखिया, कहते बालकों का सुभाव हुंदा कोई ना कोई गल करनी, कोई शरीर की इहो जी हुज्जत हो जानी,
ਸੰਗਤ ਦੀ ਇਕਾਗਰਤਾ ਹਿੱਲ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਸ਼ਮਸ ਬਿਹੂਣ ਵਿਅਕਤੀ ਨਹੀਂ ਸੀ ਜਾਂਦਾ, ਭਾਵ ਜਿਹਦੇ ਦਾੜੀ ਨਹੀਂ ਸੀ ਆਈ ਉਹ ਮਹਾਰਾਜ ਦੀ ਹਾਜ਼ਰੀ 'ਚ ਨਹੀਂ ਸੀ ਜਾਂਦਾ। ਇਹਦਾ ਭਾਵ ਛੋਟੀ ਅਵਸਥਾ ਵਾਲਾ ਨਹੀਂ ਸੀ ਜਾਂਦਾ। ਮਹਾਰਾਜ ਅੰਦਰ ਬੈਠੇ ਇਕਾਗਰਤਾ 'ਚ। ਗੁਰੂ ਅਮਰਦਾਸ ਸਾਹਿਬ, ਗੁਰੂ ਅਰਜਨ ਸਾਹਿਬ ਗਏ ਆ, ਉੱਥੇ ਖੇਡਦੇ ਆ, ਬਾਲਪਨ ਹੈ, ਮੰਜੀ ਦਾ ਪਾਵਾ ਫੜਿਆ, ਮੰਜੀ ਹਿੱਲ ਗਈ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਇਹ ਕਿਹੜਾ ਐਸਾ ਯੋਧਾ ਭਾਰੀ ਜਿਨ ਮੰਜੀ ਹਲਾਈ ਸਾਡੀ ਸਾਰੀ। ਇਹ ਕਿਹੜਾ ਯੋਧਾ ਹੈ ਜਿਹਨੇ ਸਾਡੀ ਮੰਜੀ ਹਿਲਾ ਦਿੱਤੀ ਹੈ। ਇਹ ਕਿਹੜਾ ਐਸਾ ਯੋਧਾ ਭਾਰੀ ਜਿਨ ਮੰਜੀ ਹਲਾਈ ਸਾਡੀ ਸਾਰੀ। ਤੇ ਸਤਿਗੁਰਾਂ ਦੇ ਮਾਤਾ ਜੀ, ਮਾਤਾ ਭਾਨੀ ਜੀ, ਜਿਨ੍ਹਾਂ ਨੂੰ ਬੀਬੀ ਭਾਨੀ ਵੀ ਪੰਥ 'ਚ ਕਿਹਾ ਜਾਂਦਾ ਹੈ, ਉਹ ਭੱਜ ਕੇ ਆਏ, ਕਹਿਣ ਲੱਗੇ ਪਾਤਸ਼ਾਹੋ ਆਪ ਜੀ ਦਾ ਦੋਹਿਥਾ ਹੈ, ਦੋਤਰਾ ਹੈ। ਸਤਿਗੁਰੂ ਕਹਿਣ ਲੱਗੇ ਦੋਹਿਥਾ ਬਾਣੀ ਕਾ ਬੋਹਿਥਾ ਹੈ। ਉਸ ਦਿਨ ਬਚਨ ਕਰਤਾ ਗੁਰੂ ਅਮਰਦਾਸ ਸਾਹਿਬ ਨੇ, ਕਾਰਨ ਜਿੰਨੇ ਜੋ ਬਣਨਾ ਹੁੰਦਾ ਹੈ ਮਹਾਤਮਾ ਪੁਰਸ਼ਾਂ ਨੂੰ ਸਭ ਕੁਝ ਨਜ਼ਰ ਆਉਂਦਾ ਹੈ, ਆਮ ਬੰਦੇ ਨੂੰ ਪਤਾ ਨਹੀਂ ਲੱਗਦਾ। ਕਹਿੰਦੇ ਜਿੰਨੇ ਭਲਵਾਨ ਬਣਨਾ ਹੈ, ਸਿਆਣੇ ਬੰਦੇ ਉਹਦੇ ਪੈਰਾਂ ਦਾ ਅੰਦਾਜ਼ਾ ਲਾ ਲੈਂਦੇ ਹੈ, ਛੋਟੇ ਹੁੰਦੇ ਦੀਆਂ ਪਿੰਨੀਆਂ ਦਾ ਅੰਦਾਜ਼ਾ ਲਾ ਲੈਂਦੇ ਹੈ, ਇਹ ਵੱਡਾ ਹੋ ਕੇ ਭਲਵਾਨ ਬਣੇਗਾ। ਗੁਰੂ ਅਮਰਦਾਸ ਸਾਹਿਬ ਤੇ ਜਾਣੀ ਜਾਣ, ਆਪ ਤੀਸਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਰੂਪ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਕਹਿ ਦਿੱਤਾ ਸੀਗਾ, ਜਿੱਥੇ ਇਹ ਦੋਹਿਥਾ ਹੈ ਨਾ, ਇਹ ਕੱਲਾ ਸਾਡਾ ਦੋਹਿਥਾ ਨਹੀਂ ਹੈ, ਇਹ ਬਾਣੀ ਕਾ ਬੋਹਿਥਾ ਹੈ। ਬੋਹਿਥ ਕਿਹਨੂੰ ਕਹਿੰਦੇ ਆ? ਜਹਾਜ਼ ਨੂੰ ਬੋਹਿਥ ਕਹਿੰਦੇ ਆ। ਕਹਿੰਦੇ ਇਹ ਬਾਣੀ ਦਾ ਜਹਾਜ਼ ਹੈ। ਕਿਉਂ? ਗੁਰੂ ਅਮਰਦਾਸ ਸਾਹਿਬ ਜੀ ਨੂੰ ਪਤਾ ਹੈ ਇਹ ਸਾਡੇ ਦੋਹਤਰੇ ਨੇ, ਸਮਾਂ ਆਉਣ ਤੇ ਗੁਰਤਾ ਗੱਦੀ ਉੱਤੇ ਬੈਠਣਾ ਹੈ। ਇੱਥੋਂ ਤੱਕ ਕਹਿੰਦੇ ਆ ਬਚਪਨ ਦੇ ਵਿੱਚ ਮਾਤਾ ਨੇ ਗੇਂਦ ਬਣਾ ਕੇ ਦਿੱਤੀ ਸੀਗੀ, ਮਾਤਾ ਭਾਨੀ ਜੀ ਨੇ। ਉਦੋਂ ਗੇਂਦ ਕਾਹਦੀ ਹੁੰਦੀ ਸੀ? ਲੀਰਾਂ ਜੋੜ ਜੋੜ ਕੇ ਗੇਂਦ ਬਣਾ ਦੇਣੀ। ਗੇਂਦ ਨੂੰ ਰੇੜ ਰਹੇ ਨੇ ਮਹਾਰਾਜ, ਤੇ ਝੀਤ ਖੁੱਲੀ ਹੈ ਦਰਵਾਜ਼ੇ ਦੀ, ਤੇ ਉਹ ਗੇਂਦ ਦਰਵਾਜ਼ੇ ਰਾਹੀਂ ਅੰਦਰ ਚਲੇ ਗਈ। ਅੰਦਰ ਗੁਰੂ ਅਮਰਦਾਸ ਸਾਹਿਬ ਬੈਠੇ ਆ। ਹੁਣ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਚਪਨ 'ਚ ਨੇ। ਇਸ ਤਰ੍ਹਾਂ ਦੋ ਗੋਡੇ ਧਰਤੀ ਤੇ ਲਾਏ ਆ, ਦੋਵੇਂ ਬਾਹਾਂ ਧਰਤੀ ਤੇ ਲਾਈਆਂ, ਦਰਵਾਜ਼ਾ ਖੋਲ੍ਹਣਾ ਹੈ। ਇੱਕ ਲਾਉਂਦੇ ਆ ਹੱਥ ਧਰਤੀ ਤੇ, ਇੱਕ ਲਾਉਂਦੇ ਆ ਦਰਵਾਜ਼ੇ ਨੂੰ। ਦਰਵਾਜ਼ਾ ਭਾਰਾ ਹੈ, ਖੁੱਲ੍ਹਦਾ ਨਹੀਂ ਹੈ। ਪੁਰਾਣੇ ਦਰਵਾਜ਼ੇ ਭਾਰੇ ਹੁੰਦੇ ਸਨ। ਜਦੋਂ ਦਰਵਾਜ਼ਾ ਨਾ ਖੁੱਲੇ ਤੇ ਫਿਰ ਦੂਜਾ ਉਹ ਹੱਥ ਰੱਖਤਾ, ਦੂਜੇ ਹੱਥ ਨਾਲ ਦਰਵਾਜ਼ਾ ਖੋਲ੍ਹਿਆ, ਦਰਵਾਜ਼ਾ ਤਾਂ ਵੀ ਨਾ ਖੁੱਲਿਆ। ਤੇ ਮਹਾਰਾਜ ਨੇ ਗੋਡੇ ਵੀ ਹੇਠਾਂ, ਹੱਥ ਵੀ ਹੇਠਾਂ, ਸਿਰ ਮਾਰ ਕੇ ਦਰਵਾਜ਼ਾ ਖੋਲ੍ਹ ਦਿੱਤਾ। ਗੁਰੂ ਅਮਰਦਾਸ ਸਾਹਿਬ ਬੜੇ ਪ੍ਰਸੰਨ ਹੋਏ। ਕਹਿੰਦੇ ਇਹਨਾਂ ਦੱਸ ਦਿੱਤਾ ਧਰਮ ਦੇ ਦਰਵਾਜ਼ੇ ਗੱਲਾਂ ਨਾਲ ਨਹੀਂ ਖੁੱਲ੍ਹਦੇ, ਸਿਰ ਦਿੱਤਿਆਂ ਹੀ ਖੁੱਲ੍ਹਦੇ ਆ। ਮਹਾਰਾਜ ਬੜੇ ਪ੍ਰਸੰਨ ਹੋਏ। ਪਹਿਲਾਂ ਹੀ ਗੁਰੂ ਅਮਰਦਾਸ ਜੀ ਨੇ ਬਚਨ ਕਰ ਦਿੱਤੇ ਸਨ, ਸਮੇਂ ਨਾਲ ਇਹਨਾਂ ਨੇ ਗੁਰਤਾ ਗੱਦੀ ਉੱਤੇ ਬੈਠਣਾ। ਪਹਿਲਾਂ ਹੀ ਬਚਨ ਕਰ ਦਿੱਤੇ ਸਨ। ਕਿਸੇ ਨੂੰ ਕੋਈ ਚੇਤਾ ਵੀ ਨਹੀਂ ਸੀ, ਉਦੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਸਨ। ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਹੈ ਨਾ, ਤੇ ਬਾਬਾ ਮੋਹਨ ਜੀ ਨੇ ਉਸ ਸਮੇਂ ਨਮਸਕਾਰ ਨਹੀਂ ਸੀ ਕੀਤੀ। ਬਾਬਾ ਮੋਹਨ ਜੀ ਦਾ ਅੰਦਰ ਸੁੱਕ ਗਿਆ। ਗੁਰੂ ਅਮਰਦਾਸ ਸਾਹਿਬ ਕੋ ਆਏ, ਮਹਾਰਾਜ ਮੈਂ ਤੁਹਾਡਾ ਬਚਨ ਨਹੀਂ ਮੰਨਿਆ, ਹੁਣ ਮੇਰਾ ਅੰਦਰ ਸੁੱਕ ਗਿਆ, ਮੇਰੇ ਤੇ ਕਿਰਪਾ ਕਰੋ, ਮੇਰਾ ਮਨ ਮੁੜ ਹਰਿਆ ਹੋਵੇ। ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਬਚਨ ਕਰਤਾ। ਗੁਰਤਾ ਗੱਦੀ ਅਜੇ ਗੁਰੂ ਰਾਮਦਾਸ ਜੀ ਨੂੰ ਮਿਲੀ ਹੈ, ਪਰ ਉਹਨਾਂ ਨੇ ਪਹਿਲਾਂ ਹੀ ਬਚਨ ਕਰ ਦਿੱਤਾ। ਕਹਿੰਦੇ ਮੋਹਨ ਆ ਪੋਥੀਆਂ ਰੱਖ ਲਓ ਕੋਲ, ਸਮਾਂ ਆਏਗਾ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਅਰਜਨ ਦੇਵ ਜੀ
ਗੁਰੂ ਬਣਨਗੇ, ਉਹਨਾਂ ਬਾਣੀ ਦਾ ਗ੍ਰੰਥ ਤਿਆਰ ਕਰਨਾ ਹੈ। ਕੋਈ ਵੀ ਪੋਥੀਆਂ ਲੈਣ ਆਵੇ ਉਹਨੂੰ ਪੋਥੀਆਂ ਨਹੀਂ ਦੇਣੀਆਂ। ਜਦੋਂ ਉਹ ਆਉਣਗੇ ਉਹਨਾਂ ਨੂੰ ਪੋਥੀਆਂ ਦਿਓ, ਤਾਂ ਤੁਹਾਡਾ ਉਧਾਰ ਹੋਏਗਾ, ਤੁਹਾਡਾ ਭਲਾ ਹੋਏਗਾ। ਅਜੇ ਉਦੋਂ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਹੀ ਸਨ। ਉਦੋਂ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਨੇ ਬਚਨ ਕਰਤਾ ਸੀ ਵੀ ਗੁਰਤਾ ਗੱਦੀ ਤੇ ਗੁਰੂ ਅਰਜਨ ਦੇਵ ਜੀ ਨੇ ਬੈਠਣਾ। ਕੱਲਾ ਬਾਬਾ ਮੋਹਨ ਜੀ ਨੂੰ ਨਹੀਂ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪੁੱਤਰ ਬਾਬਾ ਦਾਤੂ ਜੀ, ਉਹਨਾਂ ਦੀ ਲੱਤ ਪੀੜੀ ਹੁੰਦੀ ਰਹਿੰਦੀ ਸੀਗੀ, ਬੇਅਦਬੀ ਕੀਤੀ ਸੀ ਨਾ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਸਰੀਰ ਤਿਆਗ ਰਹੇ ਆ, ਬਾਬਾ ਦਾਤੂ ਜੀ ਮਹਾਰਾਜ ਦੇ ਕੋਲ ਆਏ। ਕਹਿੰਦੇ ਮਹਾਰਾਜ, ਬੜੇ ਚਿਰ ਦਾ ਮੈਂ ਪਛਤਾ ਰਿਹਾ ਸਾਂ, ਗੁਰੂ ਪੁੱਤਰਿਆਂ ਕਿਸੇ ਨੂੰ ਗੱਲ ਦੱਸਦਾ ਵੀ ਨਹੀਂ ਸਾਂ, ਪਰ ਸੱਚ 'ਚ ਮਹਾਰਾਜ ਲੱਤ ਬਹੁਤ ਉਸ ਸਮੇਂ ਦੀ ਪੀੜ ਹੋ ਰਹੀ ਜਦੋਂ ਦੀ ਬੇਅਦਬੀ ਕੀਤੀ ਸੀ। ਮਹਾਰਾਜ ਕਿਰਪਾ ਕਰੋ ਮੈਂ ਠੀਕ ਹੋ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕਿਹਾ, ਮਹਾਰਾਜ ਕਹਿੰਦੇ ਤੁਸੀਂ ਥੋੜ੍ਹੀ ਦੇਰ ਹੋ ਗਈ ਹੈ, ਦੇਰ ਨਾਲ ਆਏ ਹੋ। ਅਸੀਂ ਸਾਰੀਆਂ ਸ਼ਕਤੀਆਂ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀਆਂ, ਪਰ ਕਹਿਣ ਲੱਗੇ ਕੋਈ ਗੱਲ ਨਹੀਂ, ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਉੱਤੇ ਬੈਠਣਗੇ। ਉਹਨਾਂ ਸਾਡੇ ਪੁੱਤਰ ਬਾਬਾ ਮੋਹਨ ਜੀ ਕੋਲੋਂ ਪੋਥੀਆਂ ਲੈ ਕੇ ਜਾਣਾ ਹੈ। ਜਦੋਂ ਪੋਥੀਆਂ ਲੈ ਕੇ ਸਮੇਂ ਨਾਲ ਪੋਥੀਆਂ ਲੈਣ ਆਉਣਗੇ, ਗੋਇੰਦਵਾਲ ਸਾਹਿਬ ਰੁਕਣਗੇ, ਫਿਰ ਖਡੂਰ ਸਾਹਿਬ ਜਾਣਗੇ। ਜਦੋਂ ਉਹ ਖਡੂਰ ਸਾਹਿਬ ਲੰਘਣਗੇ ਨਾ, ਉਦੋਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਿਓ, ਤੁਹਾਡਾ ਭਲਾ ਕਰ ਦੇਣਗੇ ਜੀ। ਅਜੇ ਉਦੋਂ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬੈਠੇ ਸਨ, ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਪਹਿਲਾਂ ਹੀ ਬਚਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਰ ਦਿੱਤੇ ਸਨ, ਸਮੇਂ ਨਾਲ ਇਹਨਾਂ ਨੇ ਗੁਰੂ ਬਣਨਾ ਹੈ। ਸਤਿਗੁਰੂ ਤੋਂ ਸੰਗਤ ਜੀ ਕਾਹਦਾ ਓਲਾ ਹੈ। ਇਹ ਤੇ ਇੱਕ ਮੈਂ ਉਸ ਦਿਨ ਵੀ ਬੇਨਤੀ ਸ਼ਾਇਦ ਕੀਤੀ ਸੀ ਗੁਰੂ ਅੰਗਦ ਦੇਵ ਜੀ ਦੇ ਗੁਰਪੁਰਬ ਤੇ। ਇਹ ਇੱਕ ਫਿਲਮ ਹੀ ਹੈ ਜਿਹੜੀ ਸਤਿਗੁਰਾਂ ਨੇ ਖੇਡ ਕੇ ਸਾਨੂੰ ਵਿਖਾਈ ਹੈ, ਤੇ ਇਹ ਇਤਿਹਾਸ ਫਿਲਮ ਦੀ ਨਿਆਈ ਹੈ। ਕਾਹਦਾ ਓਲਾ ਸੀ ਸੱਚੇ ਪਾਤਸ਼ਾਹ ਜੀ ਤੋਂ। ਮਹਾਰਾਜ ਸੱਚੇ ਪਾਤਸ਼ਾਹ ਦੱਸਣ ਵਾਲਿਆਂ ਨੂੰ ਫਿਰ ਦੱਸ ਦਿੱਤਾ ਸੀ ਪਹਿਲਾਂ, ਸਮੇਂ ਨਾਲ ਗੁਰੂ ਅਰਜਨ ਦੇਵ ਜੀ ਹੀ ਗੁਰਤਾ ਗੱਦੀ ਤੇ ਬੈਠਣਗੇ। ਜਿਸ ਦਿਨ ਮੇਰੇ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਹੈ ਨਾ, ਸੰਗਤ ਜੀ ਸਤਿਗੁਰੂ ਜੀ ਦੀ ਸਰੀਰਕ ਉਮਰ ਜਿਹੜੀ ਸੀ 18 ਸਾਲਾਂ ਦੀ ਸੀ। ਤੁਸੀਂ ਅੰਦਾਜ਼ਾ ਲਾਓ 18 ਸਾਲਾਂ ਦੀ ਉਮਰ ਕੀ ਹੁੰਦੀ ਹੈ। 18 ਸਾਲ ਦੇ ਬੱਚੇ ਨੂੰ ਨਾ ਬੋਲਣਾ ਆਵੇ ਸਟੇਜ ਤੇ ਚੜ੍ਹ ਕੇ, ਨਾ ਕੋਈ ਗੱਲ ਨਾ ਕੋਈ ਬਾਤ, ਤੇ ਗੁਰਤਾ ਗੱਦੀ ਦੇ ਦੇਣੀ ਹੈ, ਬੜੀ ਵੱਡੀ ਗੱਲ ਹੈ। ਤੁਸੀਂ ਸ੍ਰੀ ਗੁਰੂ ਨਾਨਕ ਸਾਹਿਬ ਤੇ ਧੁਰੋਂ ਹੀ ਸੱਚੇ ਪਾਤਸ਼ਾਹ ਗੁਰਤਾ ਗੱਦੀ ਲੈ ਕੇ ਆਏ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਸ ਸਮੇਂ 31 ਸਾਲਾਂ ਦੇ ਸਨ ਜਦੋਂ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਗੁਰੂ ਅਮਰਦਾਸ ਜੀ ਦੀ ਵੀ ਉਮਰ ਵਡੇਰੀ ਸੀਗੀ। ਗੁਰੂ ਰਾਮਦਾਸ ਜੀ ਦੀ ਉਮਰ 40 ਸਾਲਾਂ ਦੀ ਸੀ ਜਦੋਂ ਗੁਰੂ ਰਾਮਦਾਸ ਸਾਹਿਬ ਗੁਰਤਾ ਗੱਦੀ ਤੇ ਸੱਜੇ, ਤੇ ਗੁਰੂ ਅਰਜਨ ਸਾਹਿਬ ਜੀ ਦੀ ਛੋਟੀ ਉਮਰ ਸੀਗੀ ਕਾਫੀ, 18 ਸਾਲਾਂ ਦੀ ਉਮਰ। ਮਹਾਰਾਜ ਗੁਰਤਾ ਗੱਦੀ ਤੇ ਬੈਠੇ। ਪਰਖ ਵੀ ਹੋਈ ਹੈ, ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਗੁਰੂ ਰਾਮਦਾਸ ਜੀ ਨਾਲ ਬਹੁਤ ਪਿਆਰ ਸੀ, ਬਹੁਤ ਜ਼ਿਆਦਾ ਪਿਆਰ ਕਰਦੇ। ਪ੍ਰਣ ਸੀਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਮੈਂ ਆਪਣੇ ਪਿਤਾ ਜੀ ਦਾ ਬਚਨ ਨਹੀਂ ਮੋੜਨਾ, ਬਚਨ ਨਹੀਂ ਮੋੜਨਾ, ਜੋ ਮਰਜ਼ੀ ਹੋ ਜਾਏ ਬਚਨ ਨਹੀਂ ਮੋੜਨਾ। ਮਹਾਰਾਜ ਨੇ ਲਾਹੌਰ ਭੇਜਿਆ, ਸਾਖੀ ਬੜੀ ਲੰਮੀ ਹੈ। ਜਦੋਂ ਗੁਰਸਿੱਖ ਰੋਜ਼ ਸ਼ਬਦ ਹਜ਼ਾਰੇ ਪੜ੍ਹਦੇ ਆ, ਬਹੁਤ ਸਾਰੇ ਸ਼ਬਦ ਹਜ਼ਾਰਿਆਂ ਦਾ ਪਾਠ ਕਰਦੇ ਆ। ਸ਼ਬਦ ਹਜ਼ਾਰੇ ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਸ਼ਬਦ ਹਜ਼ਾਰੇ ਦਾ ਅਰਥ ਕਹਿੰਦੇ ਸਨ। ਕਹਿੰਦੇ ਇਹ ਸ਼ਬਦ ਜਿਹੜੇ ਆ ਨਾ, ਇੱਕ ਵਾਰੀ ਪੜ੍ਹੋ, 1000 ਵਾਰ ਪਾਠ ਕਰਨ ਦਾ ਫਲ ਮਿਲਦਾ ਹੈ। ਕਹਿੰਦੇ ਸ਼ਬਦ ਹਜ਼ਾਰੇ। ਦੂਜਾ ਅਰਥ, ਹਜ਼ਾਰੇ ਸ਼ਬਦ ਹਿਜਰ ਸ਼ਬਦ ਚੋਂ ਨਿਕਲਿਆ। ਹਿਜਰ ਦਾ ਅਰਥ ਸੰਗਤ ਜੀ ਵਿਛੋੜਾ ਹੈ। ਜਿਸ ਸ਼ਬਦਾਂ, ਜਿਨ੍ਹਾਂ ਸ਼ਬਦਾਂ ਵਿੱਚ ਵਿਛੋੜੇ ਦੀ ਤਾਂਘ ਬਿਆਨ ਕੀਤੀ ਹੈ, ਉਹਨਾਂ ਨੂੰ ਸ਼ਬਦ ਹਜ਼ਾਰੇ ਕਿਹਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸ਼ਬਦ ਹਜ਼ਾਰੇ ਤੁਸੀਂ ਪੜ੍ਹਦੇ ਹੋ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹਿਰਦਾ ਹੈ। ਮੇਰਾ ਮਨ ਲੋਚੈ
ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਹ ਹਰ ਰੋਜ਼ ਜਦੋਂ ਸ਼ਬਦ ਹਜ਼ਾਰਿਆਂ ਦਾ ਪਾਠ ਕਰੀਏ, ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਕਿੰਨਾ ਗੁਰੂ ਰਾਮਦਾਸ ਜੀ ਨਾਲ ਪਿਆਰ ਕਰਦੇ ਆ, ਆਪਣੇ ਗੁਰੂ ਸਾਹਿਬ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ ਹੈ। ਸੰਗਤ ਜੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ। ਮਹਾਰਾਜ ਲਾਹੌਰ ਰਹੇ ਆ, ਪਰ ਵੱਡੀ ਗੱਲ ਗੁਰੂ ਰਾਮਦਾਸ ਸਾਹਿਬ ਆਪਣੇ ਪਿਤਾ ਸਤਿਗੁਰੂ ਦਾ ਹੁਕਮ ਨਹੀਂ ਟਾਲਿਆ। ਜੀ ਤੇ ਬੜਾ ਕਰਦਾ ਹੈ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਭੱਜ ਕੇ ਚਲੇ ਜਾਵਾਂ, ਪਰ ਗੱਲ ਨਹੀਂ ਬਣਦੀ ਜੀ, ਗੱਲ ਨਹੀਂ ਬਣਦੀ। ਉੱਥੇ ਹੋਰ ਵੀ ਬੈਰਾਗ ਵਾਲੇ ਸ਼ਬਦ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਉਚਾਰੇ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੇਖੋ ਅਵਸਥਾ ਗੁਰੂ ਰਾਮਦਾਸ ਜੀ ਨੂੰ ਲਿਖਦੇ ਆ, ਕਹਿੰਦੇ ਹੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਮੈਂ ਜਦੋਂ ਤੁਹਾਡੇ ਦਰਸ਼ਨ ਨਹੀਂ ਨਾ ਕਰਦਾ, ਇੱਕ ਘੜੀ ਮੇਰੇ ਵਾਸਤੇ ਇਉਂ ਹੈ ਜਿਵੇਂ ਇੱਕ ਯੁੱਗ ਬਤੀਤ ਹੋ ਗਿਆ। ਯੁੱਗ ਵੀ ਕਿਹੜਾ? ਕਲ ਯੁੱਗ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤਾ, ਹੁਣ ਕਦ ਮਿਲਿਐ ਪ੍ਰਿਆ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀ। ਮੇਰੇ ਵਰਗਾ ਪੜ੍ਹ ਹੀ ਲਏਗਾ। ਨੀਂਦ ਕਿਉਂ ਨਹੀਂ ਆਉਂਦੀ ਸੰਗਤ ਜੀ? ਨੀਂਦ ਬੜੀ ਆਉਂਦੀ ਹੈ ਜੀ। ਕਹਿਣ ਦੀਆਂ ਗੱਲਾਂ ਨੇ। ਚਲੋ ਬਾਣੀ ਪੜ੍ਹਨ ਦਾ ਫਲ ਹੈ, ਬਾਣੀ ਪੜ੍ਹਨ ਦਾ ਮਹਾਤਮ ਹੈ, ਪਰ ਇਹ ਅਵਸਥਾ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੈ ਨਾ। ਮਹਾਰਾਜ ਮੈਨੂੰ ਨੀਂਦ ਨਹੀਂ ਆਉਂਦੀ ਸੱਚੇ ਪਾਤਸ਼ਾਹ। ਗੁਰੂ ਰਾਮਦਾਸ ਜੀ ਨੇ ਜਦੋਂ ਚਿੱਠੀਆਂ ਪੜ੍ਹੀਆਂ ਸੀ ਨਾ, ਗੁਰੂ ਰਾਮਦਾਸ ਸਾਹਿਬ ਵੀ ਬੜੇ ਪ੍ਰੇਮ ਚ ਆਏ। ਸਾਡੇ ਪੁੱਤਰ ਜੀ ਸਾਡੇ ਨਾਲ ਇੰਨਾ ਪਿਆਰ ਕਰਦੇ, ਪਰ ਕੱਲਾ ਇਹ ਪਿਆਰ ਬਾਹਰੀ ਪਿਆਰ ਕੁਝ ਨਹੀਂ ਮੈਨੇ ਰੱਖਦਾ। ਠੀਕ ਹੈ, ਉਹਦਾ ਮੁੱਲ ਹੈ, ਪਰ ਸਭ ਤੋਂ ਵੱਡੀ ਗੱਲ ਹੈ ਆਪਣੇ ਮਾਲਕ, ਆਪਣੇ ਮੁਰਸ਼ਦ, ਆਪਣੇ ਸਤਿਗੁਰੂ, ਆਪਣੇ ਸੰਤ, ਆਪਣੇ ਸਾਧੂ ਦਾ ਬਚਨ ਮੰਨਣਾ ਜੀ। ਬਚਨ ਮੰਨਣਾ। ਮਹਾਰਾਜ ਕਹਿੰਦੇ ਵੇਖੋ ਇਹਨਾਂ ਸਾਡਾ ਬਚਨ ਮੰਨਿਆ। ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ ਗੁਰੂ ਰਾਮਦਾਸ ਜੀ ਨੇ। ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਆਪ ਜਾ ਕੇ ਲੈ ਕੇ ਆਓ। ਇਤਿਹਾਸ 'ਚ ਲਿਖਿਆ, ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਗਏ ਆ ਨਾ, ਤੇ ਗੁਰੂ ਅਰਜਨ ਦੇਵ ਸਾਹਿਬ ਉੱਪਰ ਚੜ੍ਹ ਕੇ ਵੇਖ ਰਹੇ ਸਨ, ਨਿਹਾਰ ਰਹੇ ਸਨ ਕੀ ਸੰਦੇਸ਼ਾ ਲੈ ਕੇ ਆਉਂਦਾ ਸਿੱਖ। ਤੇ ਗੁਰੂ ਅਰਜਨ ਸਾਹਿਬ ਉਸ ਸਮੇਂ ਕੀ ਵੇਖਦੇ ਆ, ਉਮਰ 17.5 ਸਾਲ ਸੀ। ਕੀ ਵੇਖਦੇ ਆ ਵੀ ਦੂਰੋਂ ਰੱਥ ਤੋਂ, ਰੱਥ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਦੇ ਬੈਠਿਆਂ ਦੇ ਦਰਸ਼ਨ ਹੋ ਗਏ ਜੀ। ਮਹਾਰਾਜ ਬੜੇ ਹੀ ਖੁਸ਼ ਹੋਏ, ਬਾਬਾ ਬੁੱਢਾ ਜੀ ਨੂੰ ਮਿਲੇ। ਰਾਤ ਬਾਬਾ ਬੁੱਢਾ ਸਾਹਿਬ ਕੋਲ ਰਹੇ। ਤੇ ਗੁਰੂ ਅਰਜਨ ਦੇਵ ਸਾਹਿਬ ਪਤਾ ਕੀ ਕਹਿੰਦੇ ਬਾਬਾ ਜੀ ਨੂੰ? ਬਾਬਾ ਜੀ ਰਾਤ ਹੀ ਚੱਲ ਗਏ ਮਹਾਰਾਜ ਸੱਚੇ ਪਾਤਸ਼ਾਹ ਕੋਲ, ਰਾਤ ਹੀ ਚੱਲ ਗਏ। ਇਹ ਬਾਬਾ ਜੀ ਕਹਿਣ ਲੱਗੇ ਮਹਾਰਾਜ ਦੇਣੇ ਚੱਲ ਜਾਂਗੇ, ਦੇਣੋ ਲੈਂਦੋ। ਤੇ ਬਾਬਾ ਜੀ ਤੇ ਪਲੰਗੇ ਤੇ ਆਰਾਮ ਕਰਦੇ ਆ, ਤੇ ਗੁਰੂ ਅਰਜਨ ਦੇਵ ਜੀ ਆਰਾਮ ਨਹੀਂ ਕਰਦੇ। ਕਹਿੰਦੇ ਮਹਾਰਾਜ ਕਿੰਨਾ ਕੁ ਦਿਨ ਰਹਿ ਗਿਆ, ਛੇਤੀ ਚੱਲ ਗਏ, ਕਿੰਨੀ ਕੁ ਰਾਤ ਰਹਿ ਗਈ ਹੈ, ਦਿਨ ਕਦੋਂ ਕੁ ਚੜ੍ਹਨਾ? ਜਦੋਂ ਦਿਨ ਚੜ੍ਹਿਆ ਇਸ਼ਨਾਨ ਪਾਨ ਕਰਕੇ ਛੇਤੀ ਤਿਆਰ ਹੋ ਕੇ ਬਾਬਾ ਬੁੱਢਾ ਜੀ ਤੋਂ ਪਹਿਲਾਂ ਹੀ ਰੱਥ ਤੇ ਜਾ ਚੜ੍ਹੇ ਵੀ ਮੈਂ ਆਪਣੇ ਸਤਿਗੁਰੂ ਜੀ ਨੂੰ ਮਿਲਣਾ। ਤੇ ਲਾਹੌਰ ਤੋਂ ਜਦੋਂ ਅੰਮ੍ਰਿਤਸਰ ਆਈਏ ਨਾ, ਉਸ ਸਮੇਂ ਇਤਿਹਾਸ ਦੀ ਕਥਾ ਜਦੋਂ ਕਰੀਏ ਫਿਰ ਪਤਾ ਲੱਗਦਾ ਰਸਤੇ 'ਚ ਇੱਕ ਦਿਨ ਪੜਾਅ ਕਰਨਾ ਪੈਂਦਾ ਸੀ, ਪੜਾਅ ਕਰਨਾ ਪੈਂਦਾ ਸੀ। ਪਰ ਮਹਾਰਾਜ ਨੇ ਪੜਾਅ ਵੀ ਨਹੀਂ ਕਰਨ ਦਿੱਤਾ ਬਾਬਾ ਬੁੱਢਾ ਜੀ ਨੂੰ। ਕਹਿੰਦੇ ਮਹਾਰਾਜ ਕਿਰਪਾ ਕਰੋ, ਛੇਤੀ ਚੱਲ ਗਏ ਬਾਬਾ ਬੁੱਢਾ ਸਾਹਿਬ ਜੀ। ਜਦੋਂ ਪਹੁੰਚੇ ਆ ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੰਗਤ 'ਚ ਬੈਠੇ ਆ। ਦੂਰੋਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦਰਸ਼ਨ ਕੀਤੇ। ਕੋਈ ਇਮੈਜਿਨ ਕਰੋ, ਸੁਰਤ ਕਰਕੇ ਉਸ ਦ੍ਰਿਸ਼ ਵਿੱਚ ਜਾਣ ਦਾ ਯਤਨ ਕਰਿਓ। ਕੋਈ ਦਾੜਾ ਨਹੀਂ ਹੈਗਾ ਚਿਹਰੇ ਤੇ। 17 ਕੁ ਸਾਲ, 17.5 ਸਾਲ ਉਮਰ ਹੈ। ਕੋਈ ਜੇ ਹੋਏਗਾ ਵੀ ਦਾੜਾ ਛੋਟਾ ਛੋਟਾ ਹੀ ਹੋਏਗਾ ਨਾ। ਤੇ ਦੂਰੋਂ ਹੀ ਦਰਸ਼ਨ ਕਰਕੇ ਨੇਤਰ ਭਰ ਲਿਆਣ, ਭਰੇ ਗਏ। ਬੜਾ ਮੈਂ ਸ਼ਾਂਤੀ ਮਿਲੀ, ਸਕੂਨ ਮਿਲਿਆ। ਅੱਗੇ ਆਏ ਗੁਰੂ ਰਾਮਦਾਸ ਸਾਹਿਬ, ਫਿਰ ਉੱਠ ਕੇ ਖਲੋ ਗਏ।
ਗੁਰੂ ਰਾਮਦਾਸ ਜੀ ਨੇ ਗਲਵੱਕੜੀ ਚ ਲਿਆ ਗੁਰੂ ਅਰਜਨ ਸਾਹਿਬ ਨੂੰ। ਕਹਿੰਦੇ ਹੁਣ ਸ਼ਬਦ ਵੀ ਪੂਰਾ ਕਰ ਦਿਓ। ਜਦੋਂ ਸ਼ਬਦ ਪੂਰਾ ਕੀਤਾ ਕਹਿੰਦੇ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਇੱਥੇ ਸੰਤ ਪਤਾ ਕਿਹਨੂੰ ਕਿਹਾ? ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ। ਕਹਿੰਦੇ ਬੜੀ ਮਿਹਰ ਹੋਈ ਹੈ, ਗੁਰੂ ਸਾਹਿਬ ਨਾਲ ਮੈਨੂੰ ਸੰਤ ਨੇ ਮਿਲਾ ਦਿੱਤਾ, ਭਾਵ ਬਾਬਾ ਬੁੱਢਾ ਜੀ ਨੇ ਮਿਲਾ ਦਿੱਤਾ। ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਹੁਣ ਮੈਂ ਪਤਾ ਕੀ ਕਰਨਾ? ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਕਹਿੰਦੇ ਸਾਲ ਤੋਂ ਵੱਧ ਸਮਾਂ ਮਹਾਰਾਜ ਲਾਹੌਰ ਰਹੇ ਸਨ। ਹੁਣ ਕਹਿੰਦੇ ਮੈਂ ਸੇਵਾ ਹੀ ਕਰਨੀ ਹੈ ਮਹਾਰਾਜ ਗੁਰੂ ਰਾਮਦਾਸ ਜੀ, ਹੁਣ ਨਾ ਮੈਂ ਤੁਹਾਡੇ ਤੋਂ ਵਿਛੜਨਾ ਨਹੀਂ ਹੈ। ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਹੀ ਰੱਖਿਓ। ਸਤਿਗੁਰੂ ਬੜੇ ਪ੍ਰਸੰਨ ਹੋਏ, ਬੜੇ ਪ੍ਰਸੰਨ ਹੋਏ। ਬਸ ਕਵੀ ਸੰਤੋਖ ਸਿੰਘ ਦੱਸਦੇ ਆ, ਕਹਿੰਦੇ ਉਸ ਦਿਨ ਗੁਰੂ ਰਾਮਦਾਸ ਜੀ ਨੇ ਸਾਰੀ ਸੰਗਤ ਨੂੰ ਕਿਹਾ ਸੀ, ਅੱਜ ਤੋਂ ਅਰਜਨ ਦੇਵ ਸਾਡੇ ਛੋਟੇ ਪੁੱਤਰ ਨੇ, ਪਰ ਇਹਨਾਂ ਨੂੰ ਛੋਟਾ ਨਾ ਜਾਣਿਓ, ਇਹਨਾਂ ਨੂੰ ਸਭ ਤੋਂ ਵੱਡਾ ਜਾਣਿਓ, ਇਹ ਅੱਜ ਤੋਂ ਸਾਡਾ ਰੂਪ ਨੇ। ਕਹਿਣ ਲੱਗੇ ਇਹਨਾਂ ਨੂੰ ਨਮਸਕਾਰ ਕਰੋ। ਗੁਰੂ ਨਾਨਕ ਦੇਵ ਸਾਹਿਬ ਸਮਝ ਕੇ ਕਹਿਣ ਲੱਗੇ। ਬਸ ਉਸ ਦਿਨ ਤੋਂ ਗੁਰੂ ਰਾਮਦਾਸ ਜੀ ਨੇ ਆਪਣੇ ਅੰਦਰ ਦੀ ਸਾਰੀ ਕਲਾ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਦੇ ਵਿੱਚ ਟਿਕਾ ਦਿੱਤੀ। ਆਪ ਮਹਾਰਾਜ ਕੁਝ ਦਿਨ ਰਹੇ ਹੈ ਗੋਇੰਦਵਾਲ ਸਾਹਿਬ ਜਾ ਕੇ। ਤੁਸਾਂ ਸ਼ਬਦ ਸੁਣਿਆ, ਦੇਵਪੁਰੀ ਮਹਿ ਗਇਓ। ਆਪ ਫਿਰ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਵਿੱਚ ਚਲੇ ਗਏ ਆ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਾਣ ਲੱਗਿਆਂ ਬਚਨ ਕੀਤੇ ਆ, ਸਰੀਰ ਤਿਆਗਣ ਲੱਗਿਆਂ। ਕਹਿੰਦੇ ਆ, ਸੁਦਾ ਸਰੋਵਰ ਮੋਰ ਸਰੀਰ। ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਅਰਜਨ ਜੀ ਸੁਦਾ ਸਰੋਵਰ, ਅੰਮ੍ਰਿਤ ਸਰੋਵਰ ਸਾਡਾ ਸਰੀਰ ਹੈ। ਕਹਿਣ ਲੱਗੇ ਸਾਡਾ ਸਰੀਰ ਜਾਣ ਕੇ ਇਹਨਾਂ ਦੀ ਸੁਦਾ ਸਰੋਵਰ ਦੀ ਸੇਵਾ ਕਰਨੀ ਹੈ। ਸਤ ਬਚਨ ਆਖਿਆ, ਕਹਿੰਦੇ ਮਹਾਰਾਜ ਜਿੰਨਾ ਚਿਰ ਮੇਰਾ ਸਰੀਰ ਹੈ, ਮਹਾਰਾਜ ਮੈਂ ਆਪ ਜੀ ਦੇ ਸਰੀਰ ਦੀ ਸੇਵਾ ਕਰਾਂਗਾ। ਦੋ ਵੱਡੀਆਂ ਦਾਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀਆਂ, ਜਿਨ੍ਹਾਂ ਦਾ ਰਹਿੰਦੀ ਦੁਨੀਆ ਤੱਕ ਪਿਆਰਿਓ ਕੱਲੇ ਸਿੱਖ ਨਹੀਂ, ਸਾਰੀ ਮਨੁੱਖਤਾ ਨਹੀਂ ਆਨੰਦ ਮਾਣਨਾ। ਉਹ ਦੋ ਵੱਡੀਆਂ ਦਾਤਾਂ ਕਿਹੜੀਆਂ ਨੇ? ਇੱਕ ਤੇ ਜਿਨ੍ਹਾਂ ਦੀ ਹਜ਼ੂਰੀ ਵਿੱਚ ਆਪਾਂ ਬੈਠੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੀ ਰੀਝ ਨਾਲ, ਬੜੀ ਮਿਹਨਤ ਦੇ ਨਾਲ ਕੀਤੀ ਜੀ। ਇਹਨਾਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਇੱਕ ਵੱਡਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਕੀਤਾ, ਜਿਹਦਾ ਸਾਰੀ ਮਨੁੱਖਤਾ ਹੀ ਸਾਧ ਸੰਗਤ ਦੀ ਅੰਤ ਨਹੀਂ ਪਾ ਸਕਦੀ। ਸਾਰੀ ਮਨੁੱਖਤਾ ਇਕੱਠੀ ਹੋ ਕੇ ਇਸ ਕਾਰਜ ਪ੍ਰਤੀ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ੁਕਰਾਨਾ ਕਰੇ, ਇੱਕ ਖਿੰਨ ਦਾ ਵੀ ਸ਼ੁਕਰਾਨਾ ਨਹੀਂ ਕਰ ਸਕਦੇ। ਉਹ ਕੀ ਹੈ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਨੀ। ਇਹ ਬਖਸ਼ਿਸ਼ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ। ਜਿਸ ਅੰਮ੍ਰਿਤ ਸਰੋਵਰ ਵਿੱਚ ਅਸੀਂ ਚੁੱਭਾ ਲਾਉਂਦੇ ਹਾਂ ਪਿਆਰਿਓ, ਇਹ ਅੰਮ੍ਰਿਤ ਸਰੋਵਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰਵਾਇਆ। ਬੜਾ ਲੰਮਾ ਇਤਿਹਾਸ ਹੈ ਸੱਚੇ ਪਾਤਸ਼ਾਹ ਜੀ ਦਾ। ਸਾਰੇ ਲੜੀਵਾਰ ਕਥਾ ਕਰੀਏ ਨਾ, ਹਰ ਰੋਜ਼ ਪ੍ਰਸੰਗ ਕਰੀਏ ਤੇ 8-9 ਮਹੀਨੇ ਲੱਗਣਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ ਨੂੰ ਜੀ। ਵੱਧ ਹੀ ਸਮਾਂ ਲੱਗ ਸਕਦਾ ਇਹ ਸਾਰੀ ਕਥਾ ਨੂੰ ਜੀ। ਜਦੋਂ ਮਹਾਰਾਜ ਨੇ ਅੰਮ੍ਰਿਤ ਸਰੋਵਰ ਦੀ ਆਰੰਭਤਾ ਕੀਤੀ ਹੈ ਤੇ ਸੇਵਾ ਦਾ ਕਾਰਜ ਹੈ, ਮਾਇਆ ਚਾਹੀਦੀ ਹੈ। ਮਾਇਆ ਤੇ ਮਹਾਰਾਜ ਦੀ ਦਾਸੀ ਹੈ, ਜਿਵੇਂ ਚਾਹਣ ਉਵੇਂ ਹੀ ਆ ਜੇ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਉਪਦੇਸ਼ਿਆ। ਮਹਾਰਾਜ ਕਹਿੰਦੇ ਸਿੱਖੋ, ਕਲਯੁਗ ਦਾ ਸਮਾਂ ਹੈ, ਕਿਸੇ ਨੂੰ ਪਾਣੀ ਪਿਆਉਣਾ ਹੀ ਬੜਾ ਵੱਡਾ ਪੁੰਨ ਹੈ। ਗੁਰੂ ਅਰਜਨ ਦੇਵ ਜੀ ਦਾ ਬਚਨ, ਖੂਹ ਲਵਾ ਦੇਣਾ ਤੇ ਉਹਦੇ ਤੋਂ ਵੱਡਾ ਪੁੰਨ ਹੈ, ਸਰੋਵਰ ਬਣਾ ਦੇਣਾ ਉਹਦੇ ਤੋਂ ਵੀ ਵੱਡਾ ਪੁੰਨ ਹੈ। ਮਹਾਰਾਜ ਕਹਿੰਦੇ ਸਰੋਵਰ ਵਿੱਚ ਪੌੜੀਆਂ ਬਣਾ ਦੇਣੀਆਂ, ਸੰਤ ਮਹਾਤਮਾ ਬਹਿ ਕੇ ਉਹਨਾਂ ਤੇ ਬੈਠ ਕੇ ਨਾਮ ਜਪਣ, ਉਹਦੇ ਤੋਂ ਵੀ ਵੱਡਾ ਪੁੰਨ ਹੈ। ਮਹਾਰਾਜ ਕਹਿੰਦੇ ਜਾਓ
ਅੰਮ੍ਰਿਤ ਸਰੋਵਰ ਤਿਆਰ ਹੋਣਾ, ਸੇਵਾ ਲੈ ਕੇ ਆਓ ਗੁਰਸਿੱਖੋ। ਸਾਧ ਸੰਗਤ ਜੀ ਉੱਥੇ ਹੀ ਫਿਰ ਭਾਈ ਕਲਿਆਣਾ ਜੀ ਮੰਡੀ ਵਿੱਚ ਗਏ ਸਨ ਜੀ, ਸਕੇਤ ਮੰਡੀ ਗਏ ਸਨ, ਜਿੱਥੋਂ ਪ੍ਰਭਾਵਿਤ ਹੋ ਕੇ ਭਾਈ ਕਲਿਆਣਾ ਜੀ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ। ਇੱਥੇ ਲਾਗੇ ਹੀ ਗੁਰੂ ਕਾ ਬਾਗ ਹੈ। ਸੱਚੇ ਪਾਤਸ਼ਾਹ ਜੀ ਨੇ ਫਿਰ ਉਹਦਾ ਜਨਮ ਮਰਨ, ਕਈ ਜਨਮ ਮਰਨ ਸੁਪਨੇ ਵਿੱਚ ਕੱਟੇ ਸਨ। ਗੁਰੂ ਕੇ ਬਾਗ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਚਰਨ ਪਾਏ ਸਨ। ਸਤਿਗੁਰੂ ਜੀ ਨੇ ਬੜੀ ਦਿਆਲਤਾ ਕੀਤੀ। ਬੜੇ ਬੜੇ ਬ੍ਰਹਮ ਗਿਆਨੀ ਸਿੱਖ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਝਾੜੂ ਫੇਰਦੇ ਹੁੰਦੇ ਸਨ। ਬ੍ਰਹਮ ਗਿਆਨੀ ਦੀ ਸਿਫਤ ਗੁਰੂ ਅਰਜਨ ਦੇਵ ਜੀ ਆਪ ਬਾਣੀ 'ਚ ਲਿਖਦੇ ਆ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰ ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋ ਗਿਆ, ਬੜੇ ਬੜੇ ਬ੍ਰਹਮ ਗਿਆਨੀ ਸਿੱਖ ਵੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਟੋਕਰੀਆਂ ਢਾਉਂਦੇ ਸਨ, ਸਤਿਗੁਰਾਂ ਦੇ ਦਰਸ਼ਨ ਕਰਦੇ ਸਨ। ਇੱਕ ਪਿੰਡ ਵਿੱਚ ਮੁਸਲਮਾਨ ਫਕੀਰ ਸੀਗਾ, ਲੋਕ ਸੁਲਤਾਨ ਜੀ ਕਹਿੰਦੇ ਸਨ। ਹਰੇ ਰੰਗ ਦੇ ਚੋਲੇ ਪਾਉਣੇ, ਹੱਥ 'ਚ ਖੁੰਡੀ ਫੜਨੀ, ਲੋਕਾਂ ਨੇ ਬੜਾ ਉਹਦਾ ਸਤਿਕਾਰ ਕਰਨਾ, ਬੜੀ ਉਹਦੀ ਪੂਜਾ ਹੋਣੀ। ਤੇ ਜਦੋਂ ਉਹਦੀ ਖੂਬ ਪੂਜਾ ਹੋਣੀ, ਮਹਾਰਾਜ ਗੁਰੂ ਅਰਜਨ ਸਾਹਿਬ ਜਾਣੀ ਜਾਣ, ਸਤਿਗੁਰਾਂ ਨੇ ਇੱਕ ਸਿੱਖ ਭੇਜਿਆ ਉਹਦੇ ਕੋਲ। ਮਹਾਰਾਜ ਕਹਿੰਦੇ ਉੱਥੇ ਸੁਲਤਾਨ ਨੂੰ ਜਾ ਕੇ ਆਖੋ, ਕਿੱਥੇ ਤੁਰਿਆ ਫਿਰਦਾ ਹੈ, ਤੂੰ ਸਾਡਾ ਹੈ, ਸਾਡੇ ਕੋਲ ਆ ਜਾ। ਸਿੱਖ ਨੇ ਜਾ ਕੇ ਕਹਿ ਦਿੱਤਾ ਸੁਲਤਾਨ ਨੂੰ ਵੀ ਤੈਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੱਦ ਰਹੇ ਹੈ। ਉਹ ਕਹਿੰਦੇ ਕਿੱਥੇ ਤੁਰਿਆ ਫਿਰਦਾ ਹੈ, ਤੂੰ ਸਾਡਾ ਹੈ, ਸਾਡੇ ਕੋਲ ਆ ਜਾ। ਹੁਣ ਉਹ ਕਹਿੰਦਾ ਮੈਂ ਤੇ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਜਾਣਦਾ। ਸਿੱਖ ਕਹਿੰਦਾ ਤੂੰ ਨਹੀਂ ਜਾਣਦਾ, ਉਹ ਸਾਰਿਆਂ ਨੂੰ ਹੀ ਜਾਣਦੇ। ਗੁਰੂ ਅਰਜਨ ਸਾਹਿਬ ਸਾਰਿਆਂ ਨੂੰ ਜਾਣਦੇ। ਮਹਾਰਾਜ ਸੱਦ ਰਹੇ ਆ ਤੈਨੂੰ, ਐਵੇਂ ਕੌਣ ਸੁਣਦਾ ਸਾਧ ਸੰਗਤ ਦੀ ਗੱਲਾਂ। ਉਹ ਕਹਿੰਦਾ ਜਾ ਜਾ, ਮੈਂ ਨਹੀਂ ਆਉਣਾ। ਸਿੱਖ ਆਇਆ ਮਹਾਰਾਜ ਕੋਲ, ਮਹਾਰਾਜ ਉਹ ਤੇ ਆਉਂਦਾ ਹੀ ਨਹੀਂ। ਮਹਾਰਾਜ ਨੇ ਸਿੱਖ ਨੂੰ ਦੁਬਾਰਾ ਭੇਜਿਆ। ਮਹਾਰਾਜ ਕਹਿੰਦੇ ਉਹਨੂੰ ਆਖੋ ਸਾਡਾ ਹੈ, ਕਿੱਥੇ ਤੁਰਿਆ ਫਿਰਦਾ ਹੈ, ਆ ਜਾ। ਉਹ ਸਿੱਖ ਨੇ ਫਿਰ ਆਖਿਆ ਵੀ ਗੁਰੂ ਸਾਹਿਬ ਕਹਿੰਦੇ ਤੂੰ ਸਾਡਾ ਹੈ, ਕਿੱਥੇ ਤੁਰਿਆ ਫਿਰਦਾ, ਆ ਜਾ। ਸੰਗਤ ਦੀ ਉਹ ਖਿੱਝ ਪਿਆ। ਉਹ ਕਹਿੰਦਾ ਜੇ ਮੈਂ ਉਹਨਾਂ ਦਾ ਤੇ ਮਹਾਰਾਜ ਨੂੰ ਕਹੋ ਫਿਰ ਮੈਨੂੰ ਦੱਸਣ ਵੀ ਕੁਛ। ਗੁਰੂ ਅਰਜਨ ਸਾਹਿਬ ਕੋਲ ਸਿੱਖ ਆਇਆ, ਕਹਿੰਦਾ ਮਹਾਰਾਜ ਉਹ ਕਹਿੰਦੇ ਕੁਝ ਦੱਸੋ। ਸਤਿਗੁਰਾਂ ਨੇ ਚਿੱਠੀ ਲਿਖੀ ਫਿਰ ਸਾਧ ਸੰਗਤ ਆਪਣੇ ਹੱਥੀਂ। ਚਿੱਠੀ ਲਿਖ ਕੇ ਕਹਿਣ ਲੱਗੇ, ਉਹਦਾ ਨਾਮ ਲਿਖਿਆ। ਕਹਿੰਦੇ ਤੂੰ ਸਾਡਾ ਹੈ। ਉਹਦੇ ਵਿੱਚ ਉਹਦਾ ਪਿਛਲਾ ਜਨਮ ਵੀ ਲਿਖ ਦਿੱਤਾ ਸਨ। ਪਿਛਲਾ ਜਨਮ ਲਿਖ ਕੇ ਸਤਿਗੁਰੂ ਕਹਿੰਦੇ ਹੁਣ ਆ ਜਾ, ਕਿੱਥੇ ਤੁਰਿਆ ਫਿਰਦਾ। ਸਾਧ ਸੰਗਤ ਜੀ ਜਦੋਂ ਉਹਨੇ ਚਿੱਠੀ ਫੜੀ ਨਾ, ਤੇ ਚਿੱਠੀ ਫੜਨ ਦੀ ਦੇਰ ਸੀਗੀ, ਉਹਨੇ ਪਿਛਲਾ ਜਨਮ ਪੜ੍ਹਿਆ ਹੀ ਨਹੀਂ। ਗੁਰੂ ਅਰਜਨ ਦੇਵ ਜੀ ਦੀ ਚਿੱਠੀ ਹੈ, ਕਿਸੇ ਸਧਾਰਨ ਵਿਅਕਤੀ ਦੀ ਥੋੜ੍ਹੀ ਹੈ। ਉਹ ਚਿੱਠੀ ਦੇ ਅੱਖਰਾਂ ਰਾਹੀਂ ਉਹਨੂੰ ਉਹਦਾ ਪਿਛਲਾ ਜਨਮ ਸਾਰਾ ਵਿਖ ਗਿਆ। ਉਹ ਗੁਰੂ ਘਰ ਹੀ ਸੇਵਾ ਕਰਦਾ ਹੁੰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਕੋਲ ਆਉਣ ਲੱਗਾ, ਫਿਰ ਵੀ ਮੰਨਤੀ ਸੀਗੀ ਕੋਲ, ਪੀਰ ਸੀਗਾ, ਲੋਕ ਬੜਾ ਮੰਨਦੇ ਸਨ। ਸੋਚਦਾ ਹੈ ਵੀ ਮੈਂ ਇਸ ਤਰ੍ਹਾਂ ਗਿਆ ਤੇ ਫਾਇਦਾ ਕੋਈ ਨਹੀਂ। ਗਲ 'ਚ ਢੋਲ ਪਾਇਆ, ਸਾਰਾ ਪਿੰਡ ਇਕੱਠਾ ਕਰ ਲਿਆ, ਢੋਲ ਵਜਾਉਂਦਾ। ਤੇ ਪੀਰ ਨੂੰ ਵੀ ਆਖਿਆ ਵੀ ਜੇ ਤੂੰ ਹੈ ਤੇ ਬੌੜ ਪਈ, ਦਰਿਆ ਪਾਰ ਕਰਨ ਤੱਕ ਜੇ ਪੀਰਾ ਮੈਨੂੰ ਰੋਕ ਸਕਦਾ ਹੈ ਤੇ ਰੋਕ ਲੈ। ਸਾਧ ਸੰਗਤ ਜੀ ਉਹ ਦਰਿਆ ਪਾਰ ਕਰਨ ਤੱਕ ਵਜਾਉਂਦਾ ਰਿਹਾ। ਕੋਈ ਉਹਨੂੰ ਮਹਿਸੂਸ ਨਾ ਹੋਇਆ ਵੀ ਕਿਸੇ ਪੀਰ ਨੇ ਰੋਕਿਆ। ਚੋਲਾ ਲਾਇਆ, ਦਰਿਆ 'ਚ ਰੋੜ ਦਿੱਤਾ। ਤੇ ਬਸ ਫਿਰ ਕੀ ਸੀਗਾ, ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਚਰਨਾਂ 'ਚ ਆਇਆ, ਬੜਾ ਬੈਰਾਗ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਰੱਖਿਆ। ਮਹਾਰਾਜ ਕਹਿੰਦੇ ਤੂੰ ਸਾਡਾ ਭਾਈ ਬਹਿਲੋਂ ਹੈ, ਕਹਿਣ ਲੱਗੇ। ਭਾਈ ਬਹਿਲੋਂ ਨਾਮ ਰੱਖਿਆ ਸੱਚੇ ਪਾਤਸ਼ਾਹ ਨੇ ਉਹਦਾ। ਹੁਣ ਉਹ ਜਿਹੜਾ ਬੜਾ ਵੱਡਾ ਸੀਗਾ, ਸੇਵਾ ਕੀ ਮਿਲੀ। ਭਾਈ ਬਹਿਲੋ ਕਹਿੰਦੇ ਮਹਾਰਾਜ
ਬੜੀ ਵੱਡੀ ਮੇਰੇ ਤੇ ਮਿਹਰ ਹੋ ਗਈ ਹੈ, ਕਿਰਪਾ ਹੋ ਗਈ ਹੈ ਮਹਾਰਾਜ, ਤੁਹਾਡੇ ਦਰਸ਼ਨ ਹੋ ਗਏ ਹੈ। ਤੁਸੀਂ ਆਪ ਆਵਾਜ਼ ਮਾਰ ਕੇ ਸੱਦਿਆ ਮਹਾਰਾਜ, ਹੁਣ ਸੇਵਾ ਵੀ ਬਖਸ਼ੋ ਕੋਈ। ਗੁਰੂ ਅਰਜਨ ਦੇਵ ਜੀ ਨੇ ਭਾਈ ਬਹਿਲੋ ਜੀ ਨੂੰ ਸੇਵਾ ਬਖਸ਼ੀ। ਮਹਾਰਾਜ ਕਹਿੰਦੇ ਭਾਈ ਬਹਿਲੋ, ਸਰੋਵਰ ਬਣ ਰਿਹਾ, ਪੌੜੀਆਂ ਬਣਾਉਣੀਆਂ ਨੇ, ਇੱਟਾਂ ਦੀ ਜ਼ਰੂਰਤ ਹੈ, ਵਿੱਚ ਹਰਮੰਦਰ ਬਣਨਾ ਹੈ, ਇੱਟਾਂ ਦੀ ਜ਼ਰੂਰਤ ਪੈਣੀ ਹੈ। ਮਹਾਰਾਜ ਕਹਿੰਦੇ ਇੱਟਾਂ ਆਵੇ 'ਚ ਪੱਕਣੀਆਂ ਨੇ, ਇੱਟਾਂ ਤਾਂ ਵਧੀਆ ਪੱਕਣਗੀਆਂ ਜੇ ਵਿੱਚ ਅੱਗ ਵਧੀਆ ਹੋਏਗੀ। ਉਹਦੇ ਵਾਸਤੇ ਜਿਹੜੇ ਪਦਾਰਥ ਚਾਹੀਦੇ ਆ, ਪਸ਼ੂਆਂ ਦੀ ਗੰਦਗੀ, ਗੋਹਾ, ਆਮ ਸਾਰਾ ਕੁਝ, ਤੁਸੀਂ ਉਹ ਲੈ ਕੇ ਆਉਣਾ ਹੈ। ਫਿਰ ਉਹ ਲਿਆ ਕੇ ਆਵੇ 'ਚ ਪਾਉਣਾ ਹੈ, ਆਵੇ ਦੇ ਲਾਗੇ ਖਲੋਤੇ ਰਹਿਣਾ। ਸਾਧ ਸੰਗਤ ਜੀ, ਭਾਈ ਬਹਿਲੋ ਜੀ ਨੇ ਇੰਝ ਹੀ ਕੀਤਾ। ਕਿੱਥੇ ਬੜਾ ਸਤਿਕਾਰ ਸੀ, ਬੜੇ ਵੱਡੇ ਪੀਰ ਮੰਨੇ ਜਾਂਦੇ ਸੀਗੇ। ਜਦੋਂ ਪਤਾ ਲੱਗ ਗਿਆ, ਪੂਰੇ ਗੁਰੂ ਦੇ ਦਰਸ਼ਨ ਹੋ ਗਏ, ਪੂਰੇ ਗੁਰੂ ਦੀ ਕਿਰਪਾ ਹੋ ਗਈ, ਹੰਕਾਰ ਦਾ ਕੋੜ ਲੱਥ ਗਿਆ, ਨਿਮਰਤਾ ਦਾ ਰੰਗ ਚੜ ਗਿਆ। ਉਵੇਂ ਹੀ ਫਿਰ ਸੇਵਾ ਕੀਤੀ ਜਿਵੇਂ ਮਹਾਰਾਜ ਨੇ ਕਿਹਾ। ਆਵੇ ਦੇ ਲਾਗੇ ਰਹਿ ਰਹਿ ਕੇ ਚਮੜੀ ਕਾਲੀ ਹੋ ਗਈ ਸੀਗੀ। ਜਦੋਂ ਹਰਿਮੰਦਰ ਸਾਹਿਬ ਦਾ ਸਰੋਵਰ ਬਣਿਆ, ਵਿੱਚ ਹਰਿਮੰਦਰ ਸਾਹਿਬ ਬਣਿਆ, ਕਈ ਸਾਲ ਲੱਗੇ ਹਰਿਮੰਦਰ ਸਾਹਿਬ ਬਣਨ ਲੱਗਿਆ। ਆਪ ਅਕਾਲ ਪੁਰਖ ਜੀ ਉਸ ਸਮੇਂ ਧਰਤੀ ਤੇ ਆਏ ਸਨ। ਜਿੱਥੇ ਹਰਿਮੰਦਰ ਸਾਹਿਬ ਹਰ ਕੀ ਪੌੜੀ ਹੈ ਨਾ, ਇੱਥੇ ਕੜ ਸੀਗਾ, ਇੱਕ ਟੁੱਟਦਾ ਨਹੀਂ ਸੀਗਾ। ਉਹ ਕਹਿੰਦੇ ਆ ਉਸ ਦਿਨ ਫਿਰ ਅਕਾਲ ਪੁਰਖ ਜੀ ਆਪ ਮਜ਼ਦੂਰ ਬਣ ਕੇ ਇੱਥੇ ਆਏ ਸੀਗੇ, ਮਜ਼ਦੂਰ ਦਾ ਸਰੀਰ ਧਾਰਨ ਕਰਕੇ। ਉਹ ਸਾਰਾ ਰੂਪ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ। ਕਹਿੰਦੇ ਦਰਬਾਰ ਸਾਹਿਬ ਕੀ ਖੇਡ ਬਣੀ ਹੈ। ਇੱਕ ਬੰਨੇ ਅਕਾਲ ਪੁਰਖ ਜੀ ਦਾ ਪ੍ਰਤੱਖ ਸਰੀਰ ਗੁਰੂ ਅਰਜਨ ਸਾਹਿਬ ਬੈਠੇ ਆ, ਸੇਵਾ ਕਰਾ ਰਹੇ ਆ। ਦੂਜੇ ਬੰਨੇ ਅਕਾਲ ਪੁਰਖ ਖੁਦ ਸਰੀਰ ਧਾਰਨ ਕਰਕੇ ਆਏ ਆ, ਸੇਵਾ ਕਰ ਰਹੇ ਆ। ਧੋਤੀ ਬੰਨੀ ਲੱਕ ਨੂੰ, ਉੱਤੋਂ ਸਰੀਰ ਤੇ ਕੁੜਤਾ ਚੱਗਾ ਨਹੀਂ ਪਾਇਆ, ਕੋਈ ਕੁੜਤਾ ਨਹੀਂ ਪਾਇਆ, ਤੇ ਸਿਰ ਤੇ ਟੋਕਰੀ ਰੱਖਦੇ ਆ, ਤੇ ਅਕਾਲ ਪੁਰਖ ਜੀ ਖੁਦ ਸੇਵਾ ਕਰ ਰਹੇ ਆ। ਕਹਿੰਦੇ ਜਿਹੜੀ ਟੋਕਰੀ ਸੀ ਨਾ, ਉਹ ਸਿਰ ਤੇ ਨਹੀਂ ਸੀ ਟਿਕਦੀ, ਤਾਂ ਹੀ ਰਹਿੰਦੀ ਹੈ। ਸਿੱਖ ਸਾਰੇ ਵੇਖ ਵੇਖ ਕੇ ਹੈਰਾਨ ਹੋਣ, ਕੌਣ ਕਿੱਥੋਂ ਦੀ ਸੰਗਤ ਆ ਗਈ। ਜਦੋਂ ਅਕਾਲ ਪੁਰਖ ਜੀ ਆ ਗਏ ਨਾ ਸੇਵਾ ਕਰਨ, ਤੇ ਸਾਰੇ ਦੇਵਤੇ ਵੀ ਸਲਾਮਾਂ ਕਰਦੇ, ਉਹ ਭਾਈ ਜਿੱਥੇ ਅਕਾਲ ਪੁਰਖ ਖੁਦ ਸੇਵਾ ਕਰਨ ਗਏ ਆ, ਅਸੀਂ ਕਿਉਂ ਪਿੱਛੇ ਰਹਿ ਗਏ ਆ। ਫਿਰ ਦੇਵਤਿਆਂ ਦੇ ਪੂਰੀ ਆਏ ਸੀਗੇ ਸਾਧ ਸੰਗਤ ਦੀ ਸੇਵਾ ਕਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸੇਵਾ ਕਰਵਾ ਰਹੇ, ਇੱਕ ਪਾਸੇ ਅਕਾਲ ਪੁਰਖ ਜੀ ਖੁਦ ਟੋਕਰੀ ਢੋ ਰਹੇ ਆ ਸਰੋਵਰ ਦੀ ਸੇਵਾ ਦੇ ਵਿੱਚ। ਹਰਿਮੰਦਰ ਸਾਹਿਬ ਸਰੋਵਰ 'ਚ ਜਿੰਨੀ ਵਾਰੀ ਇਸ਼ਨਾਨ ਹੋ ਜੇ, ਕੱਲਾ ਇਸ਼ਨਾਨ ਨਹੀਂ, ਇੱਥੋਂ ਦੇ ਸਰੋਵਰ ਵਿੱਚੋਂ ਚੂੜਾ ਵੀ ਭਰ ਕੇ ਮੁੱਖ 'ਚ ਪਾਇਆ ਜਾਵੇ, ਬੜੇ ਵੱਡੇ ਭਾਗਾਂ ਦੀ ਗੱਲ ਹੈ ਜੀ। ਦੁਨੀਆ 'ਚ ਬੜੇ ਸਰੋਵਰ ਨੇ, ਕਿਸੇ ਸਰੋਵਰ ਦੇ ਬਣਦਿਆਂ ਅਕਾਲ ਪੁਰਖ ਜੀ ਨੇ ਖੁਦ ਆ ਕੇ ਸੇਵਾ ਨਹੀਂ ਕੀਤੀ ਸੰਗਤ ਦੀ। ਕੇਵਲ ਹਰਿਮੰਦਰ ਸਾਹਿਬ ਦਾ ਸਰੋਵਰ। ਸਿੱਖ ਆਇਆ ਮਹਾਰਾਜ, ਇੱਕ ਵੱਖਰੀ ਜੀ ਕਿਸੇ ਪਿੰਡ ਦੀ ਸੰਗਤ ਆਈ ਹੈ, ਬੜੇ ਸੋਹਣੇ ਨੇ ਸੱਚੇ ਪਾਤਸ਼ਾਹ, ਐ ਰੂਪ ਰੰਗ ਐ ਮਹਾਰਾਜ ਬੜੇ ਸੋਹਣੇ, ਸਰੀਰ ਦੇਵਤਿਆਂ ਵਰਗੇ ਨੇ। ਤੇ ਮਹਾਰਾਜ ਇੱਕ ਤੇ ਉਹਨਾਂ ਵਿੱਚੋਂ ਬਹੁਤਾ ਹੀ ਸੋਹਣਾ ਹੈ ਸੱਚੇ ਪਾਤਸ਼ਾਹ, ਬਹੁਤਾ ਹੀ ਸੋਹਣਾ ਹੈ। ਮਹਾਰਾਜ ਉਹਦੇ ਸਿਰ ਤੇ ਟੋਕਰੀ ਨਹੀਂ ਟਿਕਦੀ, ਜਦੋਂ ਤੁਰਦੇ ਆ ਨਾ ਤੇ ਟੋਕਰੀ ਨਾਲ ਨਾਲ ਹੀ ਸਿਰ ਦੇ ਤੁਰੀ ਜਾਂਦੀ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਹੇਠਾਂ ਉਤਰ ਕੇ ਆਏ ਸਰੋਵਰ ਵਿੱਚ, ਤੇ ਜਦੋਂ ਵੇਖਿਆ ਨਾ ਦੂਰੋਂ, ਤੇ ਗੁਰੂ ਅਰਜਨ ਦੇਵ ਜੀ ਫਿਰ ਜਾਣ ਸਕਦੇ ਨਾ, ਬ੍ਰਹਮ ਗਿਆਨੀ ਕੀ ਗਤ, ਹਾਂ ਬ੍ਰਹਮ ਗਿਆਨੀ ਜਾਣਦਾ, ਉਹ ਬ੍ਰਹਮ ਗਿਆਨੀ ਜਾਣਦਾ। ਅਕਾਲ ਪੁਰਖ ਨੂੰ ਅਕਾਲ ਪੁਰਖ ਜੀ ਪਛਾਣ ਸਕਦੇ ਆ, ਦੂਜਾ ਨਹੀਂ ਪਛਾਣ ਸਕਦਾ। ਮਹਾਰਾਜ ਨੇ ਦੂਰੋਂ ਜਦੋਂ ਦਰਸ਼ਨ ਕੀਤੇ, ਗੁਰੂ ਅਰਜਨ ਦੇਵ ਜੀ ਨਿਹਾਲ ਹੋ ਗਏ, ਨਿਹਾਲ ਹੋਏ। ਤੇ ਮਹਾਰਾਜ ਨੇ ਸ਼ਬਦ ਉਚਾਰਿਆ,
संतां के कारज आप खलोया, संतां के कारज आप खलोया, संतां के कारज, संतां के कारज आप खलोया, हर काम करावण आया। ये शब्द फिर महाराज गुरु अर्जन देव जी ने उदों उचारिया जी। फिर अकाल पुरख जी दे नेड़े गए, जदों नमस्कार कीती ना अकाल पुरख जी नूं नमस्कार करन लगे, अकाल पुरख जी ने गुरु अर्जन देव जी नूं गलवकड़ी च लै लिया जी। कहंदे तुसीं साडा ही रूप हो, तुसीं सानूं क्यों नमस्कार करनी है, तुसीं साडा रूप हो। साध संगत जी उस समय अकाल पुरख जी बड़े प्रसन्न होए, बड़े प्रसन्न होए। कहन लगे तुसीं धरती दे जीवां दा भला करन लई ये अमृत सरोवर बना रहे हो। अकाल पुरख जी कहन लगे विचकार साडा मंदिर बनाओ। देवी देवतियां दे मंदिर ने, चंगी गल है। कहंदे साडे नां दा मंदिर नहीं हैगा कोई, साडा मंदिर बनाओ ते नाम रखना हर मंदिर। ये अकाल पुरख जी ने कहा। संगत जी फिर अकाल पुरख जी ने सारा नक्शा भी दसिया गुरु अर्जन साहब जी ने, किवें हरमंदर साहब बनाउणा। दसिया भी इधरों पुल शुरू करना, जिथे पुल ते असीं तुरदे हैं ना, इहदे ते बड़ी भावना नाल तुरिया करिए। बड़े भागां वाले जाणगे अपने आप नूं। क्यों? इसे रस्तियों अकाल पुरख जी ते गुरु अर्जन देव जी कट्ठे तुरे ने, साध संगत कट्ठे तुरे। इत्थे पुल बनाउणा कहण लगे, इस तरह करके फिर पुल बना के मंदिर दी कुर्सी उच्ची रखनी है। तुसीं वेखो दरबार साहब दी कुर्सी उच्ची है, थड़ा उच्चा जिथे दरबार साहब बनिया। फिर अकाल पुरख जी ने कहा, कहंदे जिहड़ा अस्थान बनाउणा है ना, इहदे दरवाजे 4 रखने, 4 दरवाजे रखे। ते जिथे गुरु ग्रंथ साहिब जी का प्रकाश है, उत्थे अकाल पुरख जी बैठ गए, गुरु अर्जन साहिब जी भी बह गए। अकाल पुरख जी कहंदे इत्थे जिथे बैठे हैं ना, इत्थे सदा ही बैठे रहना। असां कहण लगे सदा इत्थे बैठे रहना। फिर अकाल पुरख जी गुरु अर्जन साहिब जी नूं लैके जिथे रागी सिंह बहिंदे आ, इत्थे चले गए। कहंदे इत्थे बह के कीर्तन होया करेगा। अकाल पुरख जी ने आख्या इत्थे साडा कीर्तन होएगा। कहण लगे साडी बाणी दा कीर्तन होएगा। और आख्या इत्थे बह के जिहड़ा कीर्तन करेगा निष्काम रूप विच। हुण दरबार साहब बड़े रागी कीर्तन करते हैं, पर गल्लां अकाल पुरख जी ने जिहड़ियां कीतियां वो सारियां ध्यान नाल सुणन वालियां ने। कहंदे इत्थे बैठ के जिहड़ा निष्काम रूप च कीर्तन करेगा वो मेरा रूप बन जाएगा। कितनी वड्डी वड्याई दिती, कितनी वड्डी वड्याई दिती। निष्काम विच ते कल्ली तनख्वाह नहीं ना आउंदी, कोई भी कामना नहीं रखनी, कल्ला कीर्ति करनी, जस करनी। उत्थे बैठ के फिर गुरु अर्जन देव महाराज आप भी कीर्तन करते रहे। कहंदे इत्थे बैठ के जिहड़ा कीर्तन करेगा मेरा रूप बन जाएगा, मेरे विच समा जाएगा, उहनूं कोई भुख नहीं रहेगी। फिर दसिया आसे पासे जल बनाउणा है। फिर वो अंदर वाले अस्थान का नक्शा सारा दस के फिर अकाल पुरख जी हर की पौड़ी आए। जदों असीं हर की पौड़ी नूं जाने हैं दरबार साहब नूं, ते विचकार थां है जिथों तुर के जाने हैं। दरबार साहब अंदर नमस्कार करके जगह है जिथों तुर के जाने हैं, झूमर लगा है उत्थे। उत्थे गुरु अर्जन देव जी अकाल पुरख साहब जी दे सहित खलो गए। भाव अकाल पुरख जी खलोते, गुरु अर्जन साहब भी खलोते, ते कई गुरमुख प्यारे महापुरख दसदे भी बाबा बुढ़ा जी भी खलोते।
ਬਾਬਾ ਬੁੱਢਾ ਜੀ ਵੀ। ਤੇ ਅਕਾਲ ਪੁਰਖ ਜੀ ਨੇ ਦੱਸਿਆ, ਕਹਿੰਦੇ ਇੱਥੇ ਫਿਰ ਹੇਠਾਂ ਨੂੰ ਪੌੜੀਆਂ ਬਣਾਉਣੀਆਂ ਜਿਹੜੀਆਂ ਹੇਠਾਂ ਉਤਰਨ, ਤੇ ਇੱਥੋਂ ਦਾ ਨਾਮ ਰੱਖਣਾ ਹਰ ਕੀ ਪੌੜੀ, ਇਹਦਾ ਨਾਮ ਇਹ ਰੱਖਣਾ ਹੈ। ਕਹਿਣ ਲੱਗੇ ਮਹਾਰਾਜ ਸਤ ਵਚਨ ਕਰਦੇ ਗਏ। ਉੱਪਰ ਅਕਾਲ ਪੁਰਖ ਜੀ ਨੇ ਕਿਹਾ ਜਿਹੜਾ ਮੰਦਿਰ ਬਣਾਉਣਾ ਹੈ ਨਾ, ਬਣਾਉਣਾ 2 ਮੰਜ਼ਲਾ ਹੈ, ਛੱਤ ਇੱਕ ਰੱਖਣੀ ਹੈ। ਤੁਸੀਂ ਵੇਖੋ ਦਰਬਾਰ ਸਾਹਿਬ 2 ਮੰਜ਼ਲਾ ਹੈ, ਛੱਤ ਇੱਕ ਹੈ, ਮੇਨ ਉੱਪਰ ਵਾਲੇ ਵਿੱਚ ਨਹੀਂ ਹੈ, ਛੱਤ ਉੱਤੇ ਹੀ ਹੈ ਮੇਨ, ਆਸੇ ਪਾਸੇ ਗੈਲਰੀ ਬਣੀ ਹੈ। ਕਹਿੰਦੇ ਉਹ ਛੱਤ ਇੱਕ ਬਣਾਉਣੀ ਹੈ, ਉੱਤੇ ਗੁੰਬਦ ਬਣਾਉਣਾ ਹੈ। ਕਹਿਣ ਲੱਗੇ ਉਹ ਗੁੰਬਦ ਵੀ ਆਖਿਆ, ਗੁੰਬਦ ਵੀ ਗੁਰੂ ਅਰਜਨ ਸਾਹਿਬ ਜੀ ਨੇ ਬਣਵਾਇਆ। ਸਾਰੀ ਖੇਡ ਦਰਬਾਰ ਸਾਹਿਬ ਜੀ ਦੀ, ਸਾਰੀ ਖੇਡ ਅਕਾਲ ਪੁਰਖ ਜੀ ਨੇ ਆਪ ਜਿਵੇਂ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਵੇਂ ਉਵੇਂ ਬਣਵਾਇਆ ਜੀ। ਕਾਰਨ ਜਿਹਦਾ ਘਰ ਬਣ ਰਿਹਾ ਹੋਵੇ, ਇੰਜੀਨੀਅਰ ਉਹਨੂੰ ਪੁੱਛਦਾ ਹੈ ਵੀ ਦੱਸ ਤੈਨੂੰ ਬੈੱਡਰੂਮ ਕਿੰਨੇ ਚਾਹੀਦੇ ਹੈ, ਰਸੋਈ ਤੁਹਾਨੂੰ ਕਿੰਨੀ ਚੌੜੀ ਚਾਹੀਦੀ ਹੈ। ਸੁਣ ਕੇ ਫਿਰ ਇੰਜੀਨੀਅਰ ਉਹ ਥਾਂ ਦਾ ਮਾਪ ਕੱਢਦਾ ਹੈ ਵੀ ਇੰਨੀ ਥਾਂ 'ਚ ਇੰਨੇ ਬੈੱਡਰੂਮ ਬਣ ਸਕਦੇ ਆ, ਇੱਥੇ ਰਸੋਈ ਬਣੇਗੀ, ਇੱਥੇ ਬਾਥਰੂਮ ਬਣਿਆ ਹੈਗਾ। ਫਿਰ ਨਕਸ਼ਾ ਬਣਾ ਕੇ ਘਰ ਵਾਲੇ ਨੂੰ ਉਹ ਵਿਖਾਉਂਦਾ ਹੈ ਵੀ ਤੈਨੂੰ ਪ੍ਰਵਾਨ ਹੈ। ਫਿਰ ਘਰ ਵਾਲਾ ਪਸੰਦ ਕਰਦਾ ਹੈ ਸਾਰੀ ਗੱਲ। ਜਿਹਦਾ ਘਰ ਬਣ ਰਿਹਾ ਹੋਵੇ ਮਰਜ਼ੀ ਤੇ ਉਹਦੀ ਚੱਲਣੀ ਹੈ ਨਾ। ਆਖੋ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਨੂੰ ਕਹਿੰਦੇ ਆ, ਅਕਾਲ ਪੁਰਖ ਜੀ ਘਰ ਤੁਹਾਡਾ ਹੈ, ਮਰਜ਼ੀ ਤੁਹਾਡੀ ਚੱਲੇਗੀ, ਜਿਵੇਂ ਕਹੋਗੇ ਉਵੇਂ ਹੀ ਬਣੇਗਾ, ਮੈਂ ਸੇਵਾਦਾਰ ਹਾਂ। ਕਹਿਣ ਲੱਗੇ ਇੰਨੀ ਨਿਮਰਤਾ। ਫਿਰ ਅਕਾਲ ਪੁਰਖ ਜੀ ਸਾਰਾ ਕੁਝ ਦੱਸ ਕੇ ਅਕਾਲ ਪੁਰਖ ਜੀ ਫਿਰ ਅਲੋਪ ਹੋਏ। ਇੱਕ ਹਰਿਮੰਦਰ ਸਾਹਿਬ ਵਾਹਿਦ ਅਸਥਾਨ ਐਸਾ ਹੈ ਜੋ ਅਕਾਲ ਪੁਰਖ ਜੀ ਨੇ ਆਪ ਪ੍ਰਗਟ ਹੋ ਕੇ ਸਰੀਰ ਧਾਰਨ ਕਰਕੇ ਦੱਸਿਆ ਹੈ ਇਸ ਤਰ੍ਹਾਂ ਬਣਾਉਣਾ ਹੈ। ਫਿਰ ਮਹਾਰਾਜ ਨੇ ਲੰਮਾ ਸਮਾਂ ਬਣਾ ਕੇ, ਵਾਹਿਗੁਰੂ ਲੰਮਾ ਸਮਾਂ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਬਣਵਾਇਆ ਸੱਚੇ ਪਾਤਸ਼ਾਹ ਜੀ ਨੇ। ਤੇ ਜਿਸ ਦਿਨ ਹਰਿਮੰਦਰ ਸਾਹਿਬ ਸਾਰਾ ਤਿਆਰ ਹੋ ਗਿਆ, ਬੜੇ ਬੜੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਾਜ਼ਰੀ 'ਚ ਨੇ। ਗੁਰੂ ਅਰਜਨ ਦੇਵ ਮਹਾਰਾਜ ਉਸ ਦਿਨ ਬੜੇ ਖੁਸ਼, ਬਹੁਤ ਖੁਸ਼ ਹੋਏ ਆ ਜਿਸ ਦਿਨ ਹਰਿਮੰਦਰ ਸਾਹਿਬ ਸਾਰਾ ਤਿਆਰ ਹੋ ਗਿਆ ਜੀ। ਕਈ ਸਾਲ ਲੱਗੇ। ਉੱਪਰ ਵਾਲਾ ਜਦੋਂ ਗੁੰਬਦ ਬਣਿਆ ਨਾ, ਕਵੀ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਜਦੋਂ ਉੱਪਰ ਵਾਲਾ ਗੁੰਬਦ ਬਣਿਆ ਤੇ ਗੁਰੂ ਅਰਜਨ ਦੇਵ ਜੀ ਉੱਥੇ ਛੱਤ ਤੇ ਹੀ ਰਹਿੰਦੇ ਹੁੰਦੇ ਸੀਗੇ। ਕਿੰਨੇ ਭਾਗਾਂ ਵਾਲੇ ਆਪਾਂ, ਉੱਥੇ ਜਾ ਕੇ ਬਹਿ ਜਾਂਦੇ ਤੇ ਉੱਥੇ ਜਾ ਕੇ ਬੈਠਦੇ ਹਾਂ, ਤੁਰਦੇ ਹਾਂ, ਬਚਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ। ਉੱਪਰ ਵਾਲੀ ਛੱਤ ਤੇ ਮਹਾਰਾਜ ਸੱਚੇ ਪਾਤਸ਼ਾਹ ਉੱਤੇ ਰਹਿੰਦੇ ਹੁੰਦੇ ਸੀਗੇ। ਇੱਕ ਗਿਆਨੀ ਜੀ ਬੜੀ ਸ਼ਰਧਾ ਪ੍ਰੇਮ ਵਾਲੇ ਉਹ ਬਚਨ ਸੁਣਾ ਰਹੇ ਸਨ। ਕਹਿੰਦੇ ਉੱਤੇ ਛੱਤ ਤੇ ਬਹਿ ਕੇ ਇੱਕ ਸਿੱਖ ਨੇ ਮਹਾਰਾਜ ਅੱਗੇ ਅਰਦਾਸ ਕੀਤੀ, ਮੈਂ 1.25 ਲੱਖ ਜਪਜੀ ਸਾਹਿਬ ਦਾ ਵਾਹਿਗੁਰੂ ਮੂਲ ਮੰਤਰ ਦਾ ਪਾਠ ਕਰਾਂਗਾ, ਗੁਰੂ ਅਰਜਨ ਦੇਵ ਜੀ ਸਰੀਰ ਕਰਕੇ ਮੈਨੂੰ ਦਰਸ਼ਨ ਦਿਓ। ਮਹਾਰਾਜ ਗਏ ਤੇ ਨਹੀਂ ਨਾ ਕਿਤੇ, ਜਦੋਂ ਆਪ ਹਰ ਨੇ ਜਦੋਂ ਮਰਜ਼ੀ ਪ੍ਰਗਟ ਹੋ ਜਾਣ। 40 ਦਿਨ ਲਾ ਕੇ 1.25 ਲੱਖ ਪਾਠ ਕੀਤਾ, ਦਰਸ਼ਨ ਨਹੀਂ ਹੋਏ। ਦੂਜੀ ਵਾਰੀ ਫਿਰ 1.25 ਲੱਖ ਪਾਠ ਸ਼ੁਰੂ ਕਰ ਲਿਆ। ਉੱਤੇ ਛੱਤ ਤੇ ਦਰਬਾਰ ਸਾਹਿਬ ਬਹਿ ਕੇ ਉਹ ਪਾਠ ਕਰਦਾ ਹੁੰਦਾ ਸੀ। ਕਹਿੰਦੇ ਜਦੋਂ ਦੂਜੀ ਵਾਰੀ ਫਿਰ ਪਾਠ ਸ਼ੁਰੂ ਕੀਤਾ ਨਾ, 20-21 ਦਿਨ ਹੋਏ, ਗੁਰੂ ਅਰਜਨ ਦੇਵ ਜੀ ਸਾਹਮਣੇ ਆ ਕੇ ਖਲੋ ਗਏ। ਹੁਣ ਦੀਆਂ ਗੱਲਾਂ ਨੇ। ਮਹਾਰਾਜ ਕਹਿੰਦੇ 10 ਸਿੱਖਾ ਕੀ ਮੰਗਣਾ ਹੀ। ਉਹਨੇ ਜਦੋਂ ਦਰਸ਼ਨ ਕਰ ਲਏ ਨਾ, ਬੋਲਣ ਜੋਗਾ ਹੀ ਨਹੀਂ ਹੋ ਰਿਹਾ ਜੀ। ਇੰਨਾ ਆਨੰਦ ਆਇਆ ਉਹਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਇੰਨਾ ਆਨੰਦ ਬਣ ਗਿਆ ਉਹਨੂੰ। ਹੁਣ ਵੀ ਸੱਚੇ ਪਾਤਸ਼ਾਹ ਉੱਥੇ ਕਿਰਪਾ ਕਰਦੇ ਆ, ਬਖਸ਼ਿਸ਼ ਕਰਦੇ ਆ, ਰਹਿਮਤਾਂ ਕਰਦੇ ਆ। ਜਿਸ ਦਿਨ ਫਿਰ ਸਾਰਾ ਤਿਆਰ ਹੋਇਆ ਦਰਬਾਰ ਸਾਹਿਬ,
उस दिन ते गुरु अर्जन देव जी बहुते ही प्रसन्न होए। कीर्तन भी होया ते सच्चे पातशाह महाराज फिर जदों सब कुछ तैयार हो गया तो सिखां नूं बख्शिशां देण लगे। बाबा बुढ़ा साहब तो पहला ही ब्रह्म ज्ञानी ने। बाबा बुढ़ा साहब नूं महाराज कहन लगे, बाबा जी तुसीं ते पहला ही ब्रह्म दा रूप हो, आत्म ज्ञानी हो, तुहानूं असीं की दे सकदे। ते गल चले बाकी सिखां नूं बख्शिशां देण दियां। ते महाराज सच्चे पातशाह कहंदे सब तो पहला बख्शिशां लैण दी वारी जिहड़ी है भाई बैलो दी है। कहण लगे उदों बचन सीगा महाराज दा, गुरु अर्जन देव जी दा, भाई बैलो सब तो पहलो। महाराज कहंदे भाई बैलो मंग की मंगना है। भाई बैलो जी बड़े प्रसन्न कहंदे महाराज तुसीं अपने चरनां च रख लिया, अपने चरनां दा भौरा बना लिया, सेवा ते लाया, सेवा कर करके भुखां मिट गईयां ने, चाहिदा कुछ नहीं। महाराज कहंदे भाई बैलो असीं कह रहे हैं खुश हैं, असीं कुछ मंग ला। भाई बैलो महाराज सच्चे पातशाह तुहाडियां मेहरां हो गईयां ने, सिक्खी मिल गई है, बख्शिशां हो गईयां ने, हुण की चाहिदा। महाराज तीजी वारी कहंदे भाई बैलो बचन नहीं मोड़ीदा, असीं खुश हाँ। सब तो पहला जिहड़ी बख्शिश करनी है तेरे ते करनी है। भाई बैलो मंग ला कुछ। भाई बैलो कहंदे महाराज मैं गरीब जिहा आदमी हाँ, मैं की मंगांगा तुहाडे कोलों। सच्चे पातशाह गुरु अर्जन देव जी जे तुसीं खुश हो ते आप ही मेरे ते मेहर कर दे। महाराज गुरु अर्जन साहब कहंदे फिर ठीक है। भाई बैलों जी ना अपने मोढे ते कपड़ा पा के रखते सी, कंबली। महाराज कहंदे भाई बैलों कंबली विछा ला। फिर पंडां भर भर के दातां देनियां ने ना। गुरु अर्जन देव महाराज खुश होए हुण किसे ते बंदा भुखा ही रह जाए, ये तो हो ही नहीं सकता। महाराज कहंदे भाई बैलों विछा अपनी चादर। कहन लगे भाई बैलों ने चादर विछाई। महाराज गुरु अर्जन साहब कहन लगे भाई बैलों इस संसार दियां जिन्नियां गुप्त ताकतां ने सारियां तेरी चादर च पाईयां। कहन लगे सारियां ही तेरी चादर च पाईयां, छेती छेती गंढ बन ला, गंढ बन ला। हुण ओह गुप्त ताकतां किहड़ियां नज़र आउणियां सी। भाई बैलो जी इंज फड़ के किनारियां जदों फड़न लगे ते उत्तर दिशा दियां जिहड़ियां गुप्त ताकतां गुप्त लोक ने वो गुरु अर्जन साहब के चरणों च आके रोन लग पे। महाराज सब कुछ ही सिख नूं दे दिता जे, अहीं ते महाराज आनंद नाल विचरना सी, अज तो अधीन करता। महाराज ठीक है तुसीं सिख नूं दे रहे हो सारा कुछ, असीं तुहाडे चरनां च आए हैं, कुछ साडा भी भला सोचो। महाराज कहंदे भाई बैलो दखण पूरब ते पच्छम दियां तेरियां उत्तर दियां नहीं। महाराज कहन लगे उत्तर दियां हुण साडे कोल ही रहणगियां। गज के आखो वाहिगुरू। क्यों उत्तर दियां गुप्त ताकतां हुण उन्हां अरदास कर दित्ती है ते असीं ते सब दा कहन लगे मान रखना है। भाई बैलो ते बख्शिशां कीतियां, भाई भगतू जी ते बख्शिशां कीतियां। महाराज ने बड़ियां बख्शिशां कीतियां। भाई भगतू तेरा वंश बड़ा वधेगा, भाई भगतू तू साडा ही रूप है। महाराज कहन लगे बड़ियां सिखां ते बख्शिशां कीतियां। बड़ा लंबा प्रसंग है। जिस जिस सिख नूं जो जो दिता सीगा, किसे नूं अंतरजामता दित्ती, किसे नूं कुछ दिता, किसे नूं रिद्धियां दित्तियां, किसे नूं सिद्धियां दित्तियां, किसे नूं निधियां दित्तियां। जिस दिन हरमंदर साहब बनिया संपूर्ण तैयार होया, गुरु अर्जन देव महाराज ने बख्शिशां दियां झड़ियां ही ला दित्तियां। बड़ा निहाल किया, बड़ा वड्डा लंगर लाया। भाई मंझ जी जैसे सिख भी सच्चे पातशाह जी के चरणों च सेवा करते होंदे सीगे। महाराज ने उन्होंने सारे सिखां नूं निहाल किया। निहाल करके सच्चे पातशाह जी बचन कहते हैं ये सारियां बरकतां तुहानूं
ਹਰਮੰਦਰ ਸਾਹਿਬ ਕਰਕੇ ਮਿਲੀਆਂ। ਹਰਮੰਦਰ ਸਾਹਿਬ ਨੂੰ ਸਦਾ ਹੀ ਉੱਚਾ ਜਾਣਨਾ ਹੈ, ਕਹਿਣ ਲੱਗੇ ਸਦਾ ਹੀ ਉੱਚਾ ਜਾਣਨਾ। ਸੰਗਤ ਜੀ, ਦੋ ਸਿੱਖ ਸਨ, ਇੱਕ ਸੀ ਭਾਈ ਢੇਸੀ, ਇੱਕ ਸੀ ਭਾਈ ਜੋਧਾ, ਬ੍ਰਾਹਮਣ ਸਨ ਜਾਤ ਦੇ। ਉਹ ਦੋਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਕੋ ਆ ਗਏ। ਕਹਿੰਦੇ ਮਹਾਰਾਜ, ਇਹ ਕੁਝ ਸਮਾਂ ਬਾਅਦ ਦਾ ਪ੍ਰਸੰਗ ਹੈ। ਕਹਿੰਦੇ ਮਹਾਰਾਜ, ਅਸੀਂ ਤੁਹਾਡੇ ਚਰਨਾਂ 'ਚ ਆਏ, ਤੁਸੀਂ ਸਾਨੂੰ ਨਾਮ ਦੀ ਦਾਤ ਦਿੱਤੀ, ਬਖਸ਼ਿਸ਼ ਦਿੱਤੀ, ਸਾਡੇ ਤੇ ਕਿਰਪਾ ਕੀਤੀ। ਜਿਹੜੇ ਜਾਤ ਦੇ ਬ੍ਰਾਹਮਣ ਨੇ ਨਾ, ਉਹ ਅੰਮ੍ਰਿਤਸਰ ਪਰਮੇਸ਼ਰ ਦੀ ਪੁਰੀ ਹੈ, ਕਹਿਣ ਲੱਗੇ। ਕਿੰਨਾ ਫਰਕ ਹੈ, ਕਹਿਣ ਲੱਗੇ। ਇਹ ਆਪ ਪਰਮੇਸ਼ਰ ਦੀ ਪੁਰੀ ਹੈ, ਤੇ ਕਹਿਣ ਲੱਗੇ ਤੁਸੀਂ ਦੇਵਤੇ ਦੀ ਪੁਰੀ 'ਚ ਨਹੀਂ, ਤੁਸੀਂ ਪਰਮੇਸ਼ਰ ਦੀ ਪੁਰੀ 'ਚ ਬੈਠੇ ਹੋਏ ਹੋ, ਕਹਿਣ ਲੱਗੇ। ਇਹ ਪਰਮੇਸ਼ਰ ਦੀ ਪੁਰੀ ਹੈ। ਨਾਲ ਸੱਚੇ ਪਾਤਸ਼ਾਹ ਨੇ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਇਸ ਧਰਤੀ ਤੇ ਜਿੰਨੇ ਤੀਰਥ ਨੇ, ਜਿੰਨੇ ਵੀ ਤੀਰਥ ਨੇ, ਉਹ ਸਾਰੇ ਦੇ ਸਾਰੇ ਇੱਥੇ ਹੀ ਆ ਕੇ ਪਵਿੱਤਰ ਹੁੰਦੇ ਆ, ਕਹਿਣ ਲੱਗੇ। ਇੱਥੇ ਆ ਕੇ ਪਵਿੱਤਰ ਹੁੰਦੇ। ਦੋ ਸਿੱਖ ਮਹਾਰਾਜ ਕੋਲ ਆਏ ਸਨ। ਕਹਿੰਦੇ ਮਹਾਰਾਜ, ਰੋਜ਼ ਰੋਜ਼ ਤੇ ਨਹੀਂ ਆ ਸਕਦੇ, ਤੇ ਗੁਰੂ ਅਰਜਨ ਸਾਹਿਬ ਕੋਈ ਬਚਨ ਛੱਡ ਦਿਓ, ਕੋਈ ਰਾਇਤ ਦੇ ਦਿਓ ਸਾਨੂੰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਰੋਜ਼ ਰੋਜ਼ ਨਹੀਂ ਆ ਸਕਦੇ, ਤੁਹਾਨੂੰ ਅੰਮ੍ਰਿਤਸਰ ਦੂਰ ਪੈਂਦਾ ਹੈ, ਤੁਸੀਂ ਵਿਸਾਖੀ ਤੇ ਦੀਵਾਲੀ ਤੇ ਆ ਜਾਇਆ ਕਰੋ, ਕਹਿਣ ਲੱਗੇ। ਮਹਾਰਾਜ, ਕੋਈ ਖਾਸ ਮਹਾਤਮ ਹੈ ਵਿਸਾਖੀ ਦੀਵਾਲੀ ਦਾ? ਮਹਾਰਾਜ ਕਹਿੰਦੇ ਹਾਂ। ਮਹਾਰਾਜ ਕਹਿੰਦੇ ਜਿਹੜੇ 68 ਤੀਰਥ ਨੇ ਨਾ, ਵੱਡੇ ਵੱਡੇ ਮੰਨੇ ਪ੍ਰਮੰਨੇ 68 ਤੀਰਥ, ਵਿਸਾਖੀ ਤੇ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਨ ਆਉਂਦੇ ਆ, ਕਹਿਣ ਲੱਗੇ। ਇੱਥੇ ਹੀ ਆਉਂਦੇ ਆ ਸਾਰੇ। ਮਹਾਰਾਜ ਗੁਰੂ ਸਾਹਿਬ ਨੇ ਫਿਰ ਜੋਧ ਤੇ ਢੇਸੀ ਜੀ ਨੂੰ ਦੱਸਿਆ ਸੀ। ਮਹਾਰਾਜ ਕਹਿਣ ਲੱਗੇ, ਅੰਮ੍ਰਿਤਸਰ ਸਰੋਵਰ ਬੜਾ ਮਹਾਨ ਹੈ। ਵੈਸੇ ਪਹਿਲਾਂ ਤੁਸੀਂ ਦੱਸ ਦਿਓ, ਕਈ ਸਿੱਖ ਤੇ ਰੋਜ਼ ਹੀ ਇਸ਼ਨਾਨ ਕਰਦੇ ਆ ਦਰਬਾਰ ਸਾਹਿਬ ਸਰੋਵਰ 'ਚ, ਤੇ ਜਿਹੜੇ ਰੋਜ਼ ਵੀ ਨਹੀਂ ਕਰ ਸਕਦੇ, ਦੀਵਾਲੀ ਤੇ ਵਿਸਾਖੀ ਮਿਸ ਨਾ ਕਰਿਆ ਕਰੀਏ, ਨਾਗਾ ਨਾ ਪਾਇਆ ਕਰੀਏ। ਬੜਾ ਮਹਾਤਮ ਹੈ, ਬੜਾ ਮਹਾਤਮ। ਮਹਾਰਾਜ ਕਹਿਣ ਲੱਗੇ, ਇੱਕ ਜਲ ਦੇ ਤੀਰਥ ਨੇ, ਜਿਹੜੇ ਜਲ ਵਾਲੇ ਤੀਰਥ ਨੇ 68, ਲੋਕ ਨਹਾ ਨਹਾ ਕੇ ਉਹਨਾਂ ਨੂੰ ਮੈਲੇ ਕਰ ਦਿੰਦੇ, ਪਾਪਾਂ ਦੀ ਮੈਲ ਵੀ ਪਾ ਦਿੰਦੇ। ਜਦੋਂ ਸਾਧੂ ਆਪਣੇ ਚਰਨ ਉੱਥੇ ਪਾਉਂਦਾ ਨਾ, ਉਹ ਪਵਿੱਤਰ ਹੋ ਜਾਂਦੇ। ਭਾਈ ਜੋਧ ਤੇ ਢੇਸੀ ਕਹਿਣ ਲੱਗੇ, ਧਿਆਨ ਨਾਲ ਸੁਣਿਓ ਮਹਾਰਾਜ, ਜੇ ਲੋਕਾਂ ਦੀ ਮੈਲ ਨਾਲ ਤੀਰਥ ਮੈਲੇ ਹੋ ਜਾਂਦੇ ਆ, ਤੇ ਚਰਨਾਂ ਦੀ ਧੂੜੀ ਵੀ ਤੇ ਮੈਲ ਹੀ ਹੁੰਦੀ ਹੈ, ਉਹਨਾਂ ਨਾਲ ਤੀਰਥ ਸਾਫ ਸੁਥਰੇ ਕਿਵੇਂ ਹੋ ਜਾਂਦੇ? ਸੱਚੇ ਪਾਤਸ਼ਾਹ ਕਹਿਣ ਲੱਗੇ, ਸੁਣੋ, ਕੱਪੜੇ ਧੋਨੇ ਆ, ਕੱਪੜੇ ਧੋਣ ਵਾਲਾ ਜਿਹੜਾ ਸਾਬਣ ਹੈ, ਉਹ ਖਾਰੀ ਮੈਲ ਹੁੰਦੀ ਹੈ, ਕਹਿਣ ਲੱਗੇ। ਉਹ ਵੀ ਤੇ ਮੈਲ ਹੀ ਹੁੰਦੀ ਹੈ ਨਾ, ਪਰ ਉਹ ਮੈਲ ਨੂੰ ਕੁੱਟ-ਕੁੱਟ ਕੇ ਜਦੋਂ ਤੁਸੀਂ ਕੱਪੜਿਆਂ ਤੇ ਲਾਉਂਦੇ ਹੋ, ਉਹ ਕੱਪੜੇ ਸਾਫ਼ ਕਰ ਦਿੰਦੀ ਹੈ। ਇਸੇ ਤਰ੍ਹਾਂ ਚਰਨ ਧੂੜੀ ਹੈ, ਨਾਮ ਜਪਣ ਵਾਲਿਆਂ ਦੀ ਜਿਹੜੀ ਚਰਨ ਧੂੜੀ ਹੈ, ਉਹ ਜਦੋਂ ਕਿਸੇ ਅਸਥਾਨ ਤੇ ਜਾਵੇ, ਸਾਧੂ ਕਿਸੇ ਤੀਰਥ ਤੇ ਜਾਵੇ, ਉਹ ਤੀਰਥ ਨੂੰ ਵੀ ਪਵਿੱਤਰ ਕਰ ਦਿੰਦੀ ਹੈ। ਬੰਦੇ ਦੀ ਤੇ ਗੱਲ ਹੀ ਛੱਡ ਦਿਓ, ਕਹਿੰਦੇ
ਇੱਥੇ ਤਾਂ ਬ੍ਰਹਮ ਗਿਆਨੀ ਕਹਿੰਦੇ ਜਪ ਤਪ ਕਰਦੇ ਨੇ ਹਰਿਮੰਦਰ ਸਾਹਿਬ। ਹੁਣ ਸਾਨੂੰ ਸੋਝੀ ਨਹੀਂ ਹੈ। ਸਤਿਗੁਰੂ ਦਾ ਬਚਨ ਹੈ, ਕੱਲਾ ਉਸ ਸਮੇਂ ਵਾਸਤੇ ਥੋੜ੍ਹੀ ਬਚਨ ਹੈ ਵੀ ਉਦੋਂ ਦਾ ਹੀ ਬਚਨ ਸੀਗਾ, ਹੁਣ ਉਹ ਬਚਨ ਨਹੀਂ ਵਰਤਦਾ। ਸਾਨੂੰ ਹੀ ਨਹੀਂ ਸੋਝੀ। ਹੁਣ ਵੀ ਉੱਥੇ ਸੰਤ ਭਗਤ ਗੁਣ ਗਾਵਹਿ ਰਾਮ, ਹੁਣ ਵੀ ਉੱਥੇ ਸੰਤ ਬ੍ਰਹਮ ਗਿਆਨੀ ਬੈਠੇ ਆ, ਜਪ ਤਪ ਕਰਦੇ ਆ, ਸਾਡੀ ਸੋਝੀ ਨਹੀਂ ਹੈ। ਦਾਸ ਬਾਬਾ ਜੀ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਗਿਆ ਸਾਂ, ਅਤੇ ਕੋਈ ਕਾਰਜ ਸੀਗਾ ਉੱਥੇ ਬਾਜ਼ਾਰ ਦੇ ਵਿੱਚ ਲੰਘ ਰਹੇ ਸਾਂ। ਬੋਰੀ ਪਾ ਕੇ ਇੱਕ ਬੰਦਾ ਲੰਘਿਆ, ਬੋਰੀ ਪਾ ਕੇ, ਗਰਮੀ ਦਾ ਸਮਾਂ, ਉਹਨੇ ਬੋਰੀ ਪਾਈ ਹੋਈ ਸੀ। ਅਤੇ ਇੱਕ ਵਾਰੀ ਉਹ ਪਹਿਲਾਂ ਲੰਘ ਗਿਆ, ਪਤਾ ਨਹੀਂ ਉਹਨੂੰ ਕੀ ਆਇਆ, ਉਹ ਮੁੜ ਫੇਰ ਆਇਆ ਜੀ। ਅਤੇ ਮੈਨੂੰ ਬਾਬਾ ਜੀ ਕਹਿਣ ਲੱਗੇ ਇਹਦੀ ਅੱਖ ਵੇਖ। ਹੁਣ ਮੈਨੂੰ ਕੀ ਪਤਾ ਵੀ ਅੱਖ ਵੇਖਣ ਨਾਲ ਕੀ ਹੋਣਾ, ਸਾਨੂੰ ਥੋੜ੍ਹੀ ਅੱਖਾਂ ਵੇਖਣੀਆਂ ਆਉਂਦੀਆਂ ਨੇ। ਕਹਿੰਦੇ ਇਹਦੀ ਅੱਖ ਵੇਖ। ਮੈਂ ਹੁਣ ਸਤਿਵਚਨ ਕਰੀ ਗਿਆ, ਕਹਿੰਦੇ ਇਹਦੀ ਅੱਖ ਬਹੁਤ ਤੇਜ਼ ਹੈ, ਬੰਦਗੀ ਵਾਲਾ ਹੈ। ਪਤਾ ਨਹੀਂ, ਆਮ ਬੰਦਾ ਨਹੀਂ ਜਾਣ ਸਕਦਾ ਉਹਨੂੰ। ਆਮ ਬੰਦਾ ਤੇ ਸੰਗਤ ਜੀ ਉਹਨੂੰ ਜਾਣੇਗਾ ਹੀ ਕੁਝ ਨਹੀਂ। ਅੱਤ ਦੀ ਗਰਮੀ ਹੈ, ਬੋਰੀ ਪਾ ਕੇ ਬੈਠਾ ਹੈ। ਮਹਾਰਾਜ ਕਹਿਣ ਲੱਗੇ ਇੱਥੇ ਸਦਾ ਬ੍ਰਹਮ ਗਿਆਨੀ ਰਿਹਾ ਕਰਨਗੇ, ਇੱਥੇ ਸੰਤ ਰਿਹਾ ਕਰਨਗੇ। ਦਰਬਾਰ ਸਾਹਿਬ ਸਰੋਵਰ 'ਤੇ ਇੱਥੇ ਬ੍ਰਹਮ ਗਿਆਨੀ, ਇੱਥੇ ਸੰਤ ਰਿਹਾ ਕਰਨਗੇ। ਇਹ ਥਾਂ ਸਦਾ ਹੀ ਪਵਿੱਤਰ ਰਹਿਣੀ ਹੈ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਇੱਕ ਜਲ ਦੇ ਤੀਰਥ ਨੇ, ਇੱਕ ਨਾਮ ਤੀਰਥ ਹੈ। ਹਰਿਮੰਦਰ ਸਾਹਿਬ ਜਲ ਤੀਰਥ ਵੀ ਹੈ, ਨਾਮ ਤੀਰਥ ਵੀ ਹੈ। ਕਹਿਣ ਲੱਗੇ ਇੱਥੇ ਅੱਠੇ ਪੈਰ ਨਾਮ ਦਾ ਵੀ ਪ੍ਰਤਾਪ ਹੈ, ਇੱਥੇ ਜਲ ਦਾ ਵੀ ਪ੍ਰਤਾਪ ਹੈ। ਸੱਚੇ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬੜੇ ਸਿੱਖਾਂ ਨੂੰ ਸਤਿਗੁਰਾਂ ਨੇ ਨਿਹਾਲ ਕੀਤਾ। ਇਸ ਤਰੀਕੇ ਦੇ ਨਾਲ ਮਹਾਰਾਜ ਨੇ ਨਿਹਾਲ ਕੀਤਾ। ਅੱਗੋਂ ਸਿੱਖਾਂ ਨੇ, ਉਹਨਾਂ ਸਿੱਖਾਂ ਦੇ ਵੀ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਵੀ ਨਿਹਾਲ ਹੋ ਗਏ ਜੀ। ਬਠਿੰਡੇ ਦਾ ਇਲਾਕਾ ਸੀ, ਬਠਿੰਡੇ ਦੇ ਇਲਾਕੇ ਵਿੱਚੋਂ ਗੰਗਾ ਰਾਮ ਬ੍ਰਾਹਮਣ ਬਾਜਰਾ ਵੇਚਣ ਵਾਸਤੇ ਆਇਆ ਜੀ। ਬ੍ਰਾਹਮਣ ਸੀਗਾ, ਖੇਤੀਬਾੜੀ ਕਰਦਾ ਸੀ, ਬਾਜਰਾ ਵੇਚਦਾ। ਉਹਦਾ ਬਾਜਰਾ ਬਹੁਤ ਖੁੱਲ੍ਹਾ ਹੋਇਆ। ਕਿਸੇ ਨੇ ਕਿਹਾ ਵੀ ਮਹਾਰਾਜ ਸੇਵਾ ਕਰਾ ਰਹੇ ਅੰਮ੍ਰਿਤਸਰ, ਬੜੀਆਂ ਸੰਗਤਾਂ ਆਉਂਦੀਆਂ ਨੇ, ਉੱਥੇ ਜਾ ਕੇ ਤੂੰ ਬਾਜਰਾ ਵੇਚ ਲੈ। ਉਹ ਕਹਿੰਦਾ ਠੀਕ ਹੈ। ਉਹ ਆਇਆ, ਅੰਮ੍ਰਿਤਸਰ 'ਚ ਫਿਰਿਆ, ਇੱਕ ਥਾਂ ਮਿਲ ਗਈ, ਉਹਨੇ ਬਾਜਰੇ ਦਾ ਢੇਰ ਲਾ ਦਿੱਤਾ। ਸੰਗਤ ਬਹੁਤ ਜ਼ਿਆਦਾ ਆਉਂਦੀ ਹੈ, ਵਿੱਚ ਵਿੱਚ ਉਹ ਵੀ ਦਰਸ਼ਨ ਕਰਦਾ ਸੰਗਤ 'ਚ ਬਹਿ ਕੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਿਆ ਕਰੇ ਨਾ, ਉਹਨੂੰ ਠੰਡ ਬੜੀ ਮਿਲਿਆ ਕਰੇ। ਇੱਕ ਦਿਨ ਰਸਦਾਂ ਦੀ ਕਮੀ ਹੋ ਗਈ ਤੇ ਸਿੱਖ ਬਾਜ਼ਾਰ 'ਚ ਤੁਰਿਆ ਜਾਵੇ, ਤੇ ਕਿਉਂ ਮਾਇਆ ਬਹੁਤ ਆਉਂਦੀ ਸੀ, ਸੇਵਾ ਵੀ ਬੜੀ ਵੱਡੀ ਸੀਗੀ, ਮਾਇਆ ਸੇਵਾ 'ਚ ਵੀ ਲੱਗਦੀ ਸੀ। ਉਹਨੇ ਪੁੱਛਿਆ ਵੀ ਬਾਜਰਾ ਹੈ ਲੰਗਰ ਵਾਸਤੇ ਦੇਂਗਾ? ਉਹ ਕਹਿੰਦਾ ਲੈ ਜਾਓ। ਸਿੱਖ ਆਇਆ ਮਹਾਰਾਜ ਕੋਲ, ਮਹਾਰਾਜ ਕਹਿੰਦੇ ਕੋਈ ਨਹੀਂ, ਧਾਰ ਲੈ ਆਓ, ਉਹਨੂੰ ਆਖੋ ਪੈਸੇ ਬਾਅਦ ਵਿੱਚ ਦੇ ਦਿਆਂਗੇ। ਸਿੱਖ ਗਿਆ, ਕਹਿੰਦਾ ਨਾਮ ਕੀ ਤੇਰਾ? ਉਹ ਕਹਿੰਦਾ ਗੰਗਾ ਰਾਮ। ਕਹਿੰਦਾ ਗੰਗਾ ਰਾਮ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਾਰ ਦੇ ਦੇ ਬਾਜਰਾ, ਤੇ ਤੈਨੂੰ ਪੈਸੇ ਬਾਅਦ 'ਚ ਦੇ ਦਿਆਂਗੇ। 100 ਮਣ ਬਾਜਰਾ ਸਿੱਖ ਨੇ ਲੈ ਲਿਆ ਜੀ। 100 ਮਣ ਕਿੰਨੇ ਕਿਲੋ ਬਣ ਜਾਂਦਾ ਅੰਦਾਜ਼ਾ ਹੀ ਨਹੀਂ। ਦੂਜੇ ਦਿਨ ਵੀ ਫਿਰ ਉਹਦੇ ਕੋਲ ਧਾਰਾ ਲੈ ਆਂਦਾ 100 ਮਣ। ਗੰਗਾ ਰਾਮ ਸੇਵਾ ਕਰਿਆ ਕਰੇ, ਲੰਗਰ ਛਕਿਆ ਕਰੇ ਆ ਕੇ, ਤੇ ਜਦੋਂ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰੇ ਨਾ, ਠੰਡ ਬੜੀ ਮਿਲਿਆ ਕਰੇ ਉਹਨੂੰ। ਉਹ ਸੋਚਦਾ ਵੀ ਸਾਡੇ ਵਿੱਚ ਵੀ ਹੈਗੇ ਆ, ਪਰ ਇੰਨੀ ਠੰਡ ਨਹੀਂ ਮਿਲਦੀ ਕਿਤੇ ਵੀ। ਦੂਜੇ ਦਿਨ ਫਿਰ ਵਾਹਿਗੁਰੂ, ਤੀਜੇ ਦਿਨ ਫਿਰ ਉਹਦੇ ਕੋਲ ਬਾਜ ਦਾ ਧਾਰਾ ਲੈ ਲਿਆ, ਚੌਥੇ ਦਿਨ ਹੋਰ ਲੈ ਲਿਆ, ਪੰਜਵੇਂ ਦਿਨ ਦਾ 500 ਮਣ ਬਾਜਰਾ ਧਾਰਾ ਹੀ ਲੈ ਲਿਆ ਉਹਦੇ ਕੋਲੋਂ। ਤੇ ਮਹਾਰਾਜ ਨੇ ਕਿਹਾ ਵੀ ਉਹਨੂੰ ਕਹੋ ਵੀ ਵਿਸਾਖੀ ਤੇ ਬਹੁਤ ਸੰਗਤ ਆਉਣੀ ਹੈ, ਮਾਇਆ ਵੀ ਆਉਣੀ ਹੈ, ਵਿਸਾਖੀ ਤੇ ਤੂੰ ਮਾਇਆ ਲੈ ਲੈਣੀ ਸਾਡੇ ਕੋਲੋਂ। ਚਲੋ ਉਹਨੇ ਨਹੀਂ ਮਾਇਆ ਮੰਗੀ। ਵਿਸਾਖੀ ਆ ਗਈ, ਖੂਬ ਸੰਗਤ ਆਈ, ਸੰਗਤਾਂ ਚਲੇ ਗਈਆਂ, ਮਾਇਆ ਵੀ ਆਈ।
महाराज कहन लगे भी 500 मन की बाजरे की माया इन्नी बनती है, गंगा राम नूं दे आओ। सिख गंगा राम नूं माया देण वास्ते गया भी लै बाजरे दे पैसे लै ला। गंगा राम आखे ना 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 ना, इन्ने वड्डे सतगुरु, इन्ने वड्डे पातशाह, आप धरती ते रब, वो लंगर ला रहे है ते मैं बाजरे दे पैसे लवां महाराज कोलों? ऐसा नहीं हो सका। सिख ने आके दसिया, महाराज सच्चे पातशाह, गंगा राम माया नहीं लेंदा। गुरु अर्जन देव महाराज कहते गंगा राम नूं सदो। गंगा राम आ गया। महाराज कहते गंगा राम माया नहीं लै रहा। गंगा राम हथ जोड़ के कहता, सच्चे पातशाह माया नहीं मया दे दिओ। मया कहते किरपा नूं। महाराज हुण किरपा चाहिदी, माया नहीं चाहिदी। बंदा तो रुपये रुपये का हिसाब कर लेंदा ते गुरु साहब नाल गज के आखो वाहिगुरू। महाराज किरपा चाहिदी है, बख्शिश चाहिदी है। महाराज कहते गंगा राम तेरे कोलों धारा लिया सीगा ते ये ते निजम है, माया तो तेनों लैनी पएगी। कहता महाराज मैं नहीं माया लैनी। महाराज कहते नहीं गंगा राम असी बचन किया सी, धारिया लिया सी तेरे को अन्न ते तू रख ला माया। कहता नहीं महाराज मैनू समझ आ गई है, तुसी पातशाह मैं आया ते सां इत्थे व्यापार करन, आया ते वेचण ही सां, आया ते पैसे ही कमाउण सां, पर तुहाडे दर्शन करके भुखां ही दूर हो गईयां ने। इहो जी किसी भी चीज़ की मंग मेरे मन विच नहीं हैगी। महाराज सच्चे पातशाह गरीब नवाज कहते गंगा राम जे तू आखें तो माया बठिंडे भेज दिए तेरे घर, उत्थे लोड़ होएगी, जरूरत होएगी। महाराज सारी तुहाडी है। महाराज कहते एक बारी जा ते माया उत्थे फड़ाया। चलो जी ते नहीं सी करदा, पर वो माया फड़ा के फिर सतगुरां दे चरनां च आ गया। कहता महाराज हुण मैं व्यापार करन नहीं आया, हुण मैनू अपना सिख बनाओ। सतगुरु ने किरपा की। वो भी दरबार साहब सरोवर जदों बनया ना जी, वो भी टोकरियां ढोंदा रहा जी। उस गंगा राम नूं फिर सच्चे पातशाह ने ब्रह्म ज्ञानी बनाया जी। जदों ब्रह्म ज्ञान की दात दिती सतगुरां ने, महाराज कहते जा हुण बठिंडे जा, साडा वचन मन, उत्थे जाके बह जा, जेड़ा जेड़ा तेरे दर्शन करी जाएगा ओदा ओदा भला हो ही जाएगा जी। ओदी सेवा फिर एक अगों भाई ने की, गुरमुख ने। ओदे घर संतान नहीं सी हुंदी, गंगा राम की सेवा कर करके ओदे घर 2 संतानां होईयां सन। कहण दा भाव गुरु अर्जन देव जी दाते सतगुरु आप बड़े वड्डे ने, बड़े वड्डे ने। गुरु अर्जन देव साहब जी दे ते सिख भी बड़े वड्डे ने, जिन्हां नूं महाराज सच्चे पातशाह ने बख्श दिता, वो भी बड़े वड्डे बन गए। सो इसे करके भट्ट जी कहते सिखा गुरु अर्जन देव महाराज नूं खुद रब करके मनना। गुरु अर्जन देव जी खुद परमेश्वर ने। जदों हरमंदर साहिब बन गया ते वेखो सारा कारज हो गया, फिर महाराज अगले कारज वाल हो गए गुरु अर्जन साहब भी हुण सारी बाणी इकट्ठी करिए ते सारी बाणी इकट्ठी करके एक थां करके ग्रंथ साहिब बना दईए। पोथियां लैके आए महाराज, लम्मी कथा है। बाबा मोहन जी ने फिर महाराज के दर्शन किए। भाई गुरदास जी भी गए, नहीं दित्तियां। बाबा बुढ़ा साहब भी गए, बाबा मोहन जी ने अखां ही नहीं खोलियां। गुरु अर्जन देव महाराज आप खुद परमेश्वर बाहर गली च बह गए, साज फड़ लिया ते फिर कीर शब्द कीता, पढ़िया, मोहन तेरे उच्चे मंदिर महल अपारा। दोवें पासी अर्थ लगते हैं। बाबा मोहन जी वाल भी लग जाते हैं ते मोहन सबना नूं मोह लैण वाला वाहिगुरु परमेश्वर
ਮੋਹ ਨੂੰ ਹੰਨ ਕਰਨ ਵਾਲਾ, ਨਾਸ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ, ਉਹਦੇ ਨਾਲ ਵੀ ਅਰਥ ਲੱਗ ਜਾਂਦੇ ਆ। ਮਹਾਰਾਜ ਨੇ ਸ਼ਬਦ ਪੜ੍ਹਿਆ, ਤੁਸੀਂ ਅੰਦਾਜ਼ਾ ਲਾਓ, ਜਦੋਂ ਗੁਰੂ ਅਰਜਨ ਦੇਵ ਜੀ ਕੀਰਤਨ ਕਰਦੇ ਹੋਣਗੇ ਕਿਆ ਆਨੰਦ ਬਣਦਾ ਹੋਏਗਾ, ਹਵਾ ਹੀ ਪਵਿੱਤਰ ਹੋ ਜਾਂਦੀ ਹੋਏਗੀ। ਉਹ ਜਦੋਂ ਕੀਰਤਨ ਦੀ ਆਵਾਜ਼, ਵਾਹ, ਗੁਰੂ ਸਾਹਿਬ ਦੇ ਮੁਖੋਂ ਆਵਾਜ਼ ਨਿਕਲ ਰਹੀ ਹੈ, ਕੀਰਤਨ, ਬਾਬਾ ਮੋਹਨ ਜੀ ਦੇ ਕੰਨਾਂ 'ਚ ਆਵਾਜ਼ ਪਈ, ਜਿਹੜੀ ਸਮਾਧੀ ਖੁੱਲ੍ਹਦੀ ਨਹੀਂ ਸੀ, ਬਾਬਾ ਮੋਹਨ ਜੀ ਉੱਠੇ, ਆ ਕੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਬਹਿ ਗਏ ਜੀ। 4 ਬੰਦ ਨੇ, ਉਹ ਮਹਾਰਾਜ ਨੇ ਸਾਰੇ ਉਚਾਰੇ। ਬਾਬਾ ਮੋਹਨ ਜੀ ਬੜੀ ਨਿਮਰਤਾ 'ਚ ਆ ਗਏ, ਬੜੀ ਨਿਮਰਤਾ 'ਚ ਆਏ। ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੱਥਾ ਟੇਕਣ ਲੱਗੇ। ਮਹਾਰਾਜ ਪਤਾ ਕੀ ਕਹਿੰਦੇ? ਗੁਰੂ ਅਰਜਨ ਸਾਹਿਬ ਜੀ ਦੇ ਸਕੇ ਮਾਮਾ ਜੀ ਨੇ ਬਾਬਾ ਮੋਹਨ ਜੀ। ਮਹਾਰਾਜ ਕਹਿੰਦੇ, ਮਾਮਾ ਜੀ ਆਪ ਵੱਡੇ ਹੋ, ਮੱਥਾ ਤੇ ਅਸੀਂ ਟੇਕਣਾ, ਤੁਸੀਂ ਤੇ ਵੱਡੇ ਹੋ, ਪੂਜਨੀਕ ਹੋ। ਤੇ ਬਾਬਾ ਮੋਹਨ ਜੀ ਕਹਿੰਦੇ, ਮਹਾਰਾਜ ਤੁਸੀਂ ਠੀਕ ਹੈ ਭਾਣਜੇ ਹੋ, ਪਰ ਮੈਂ ਭਾਣਜਾ ਨਹੀਂ, ਮੈਂ ਗੁਰੂ ਨਾਨਕ ਦੇਵ ਜੀ ਜਾਣ ਕੇ ਮੱਥਾ ਟੇਕਿਆ। ਤੁਸੀਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਹੋ, ਸੱਚੇ ਪਾਤਸ਼ਾਹ। ਮਹਾਰਾਜ ਨੂੰ ਫਿਰ ਪੋਥੀਆਂ ਬਾਬਾ ਮੋਹਨ ਜੀ ਨੇ ਦਿੱਤੀਆਂ। ਸ਼ਾਂਤੀ ਜਿਹੜੀ ਆਉਂਦੀ ਨਹੀਂ ਸੀ ਨਾ, ਉਹ ਫਿਰ ਬਾਬਾ ਮੋਹਨ ਜੀ ਦੇ ਅੰਦਰ ਹਿਰਦੇ 'ਚ ਸ਼ਾਂਤੀ ਆਈ। ਬਾਬਾ ਮੋਹਨ ਜੀ ਪਤਾ ਮਹਾਰਾਜ ਨੂੰ ਕੀ ਕਹਿੰਦੇ ਦਰਸ਼ਨ ਕਰਕੇ? ਕਹਿੰਦੇ, ਮਹਾਰਾਜ ਅੱਜ ਤੋਂ ਮੈਂ ਤੁਹਾਡਾ ਸੇਵਾਦਾਰ ਬਣ ਕੇ ਸਦਾ ਤੁਹਾਡੇ ਨਾਲ ਹੀ ਰਹਿਣਾ ਹੈ। ਜਿੱਧਰ ਜਿੱਧਰ ਜਾਓਗੇ ਉਧਰ ਉਧਰ ਮੈਂ ਵੀ ਜਾਵਾਂਗਾ। ਮਹਾਰਾਜ ਕਹਿੰਦੇ, ਤੁਸੀਂ ਵੱਡੇ ਹੋ, ਸਾਡੇ ਪਿਤਾ ਸਤਿਗੁਰੂ ਜੀ, ਅੱਗੋਂ ਉਹਨਾਂ ਦੇ ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਜੀ, ਤੁਸੀਂ ਉਹਨਾਂ ਦੇ ਪੁੱਤਰ ਹੋ ਕਹਿਣ ਲੱਗੇ। ਤੇ ਬਾਬਾ ਮੋਹਨ ਜੀ ਕਹਿੰਦੇ, ਮਹਾਰਾਜ ਸਾਡੇ ਪਿਤਾ ਸਤਿਗੁਰੂ ਜੀ, ਅੱਗੋਂ ਤੁਹਾਡੇ ਪਿਤਾ ਸਤਿਗੁਰੂ ਜੀ ਜੋ ਸਨ, ਸਭ ਕੁਝ ਤੁਹਾਨੂੰ ਸੌਂਪ ਕੇ ਗਏ ਆ, ਸਾਡੇ ਲਈ ਤੇ ਤੁਸੀਂ ਵੱਡੇ ਹੋ। ਮਹਾਰਾਜ ਮੈਂ ਤੁਹਾਡਾ ਸੇਵਾਦਾਰ। ਮਹਾਰਾਜ ਕਹਿੰਦੇ, ਬਾਬਾ ਮੋਹਨ ਜੀ ਨਹੀਂ, ਤੁਸੀਂ ਸਾਡੇ ਤੇ ਕਿਰਪਾ ਹੀ ਕਰਨੀ ਹੈ। ਵੇਖੋ ਕਿੰਨੀ ਨਿਮਰਤਾ ਗੁਰੂ ਅਰਜਨ ਦੇਵ ਜੀ ਦੀ। ਜਦੋਂ ਉਹ ਪ੍ਰਸੰਗ ਸੁਣੀਏ ਨਾ ਇਤਿਹਾਸ ਦੇ, ਬੜੀ ਸਿੱਖਿਆ ਮਿਲਦੀ, ਬੜੀ ਸਿੱਖਿਆ ਮਿਲਦੀ। ਖੁਦ ਗੁਰ ਪਰਮੇਸ਼ਰ ਹੋ ਕੇ ਕਿਵੇਂ ਨਿਮਰਤਾ ਵਾਲੇ ਬੋਲ ਬੋਲਦੇ ਮਹਾਰਾਜ। ਕਹਿੰਦੇ, ਤੁਸੀਂ ਸਾਡੇ ਤੇ ਕਿਰਪਾ ਕਰਨੀ। ਬਾਬਾ ਮੋਹਨ ਜੀ ਤੁਸੀਂ ਇੱਥੇ ਹੀ ਬੈਠੋ, ਤੁਹਾਡੀਆਂ ਹਾਜ਼ਰੀਆਂ ਇੱਥੋਂ ਹੀ ਪ੍ਰਵਾਨ ਹੋਇਆ ਕਰਨਗੀਆਂ। ਫਿਰ ਬਾਬਾ ਮੋਹਨ ਜੀ ਉੱਥੇ ਰਹੇ ਆ ਸਾਧ ਸੰਗਤ ਜੀ। ਫਿਰ ਮਹਾਰਾਜ ਖਡੂਰ ਸਾਹਿਬੋਂ ਫਿਰ ਅੰਮ੍ਰਿਤਸਰ ਸੱਚੇ ਪਾਤਸ਼ਾਹ ਆਏ। ਥੜਾ ਸਾਹਿਬ ਪੋਥੀਆਂ ਸਭ ਤੋਂ ਪਹਿਲਾਂ ਲਿਆ ਕੇ ਇੱਥੇ ਸੁਭਾਈਮਾਨ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਨੇ। ਦਰਬਾਰ ਸਾਹਿਬ ਦੁੱਖ ਭੰਜਨੀ ਬੇਰ ਦੇ ਲਾਗੇ ਜਿਹੜਾ ਥੜਾ ਸਾਹਿਬ ਹੈ, ਇੱਥੇ ਪੋਥੀਆਂ ਸੁਭਾਈਮਾਨ ਕੀਤੀਆਂ ਸੱਚੇ ਪਾਤਸ਼ਾਹ ਨੇ। ਗੁਰੂ ਅਰਜਨ ਸਾਹਿਬ ਜੀ ਖੁਦ ਬਾਣੀ ਦਾ ਬੜਾ ਸਤਿਕਾਰ ਕਰਦੇ, ਜੋੜਾ ਨਹੀਂ ਪਾਇਆ, ਚੌਰ ਸਾਹਿਬ ਆਪਣੇ ਹੱਥ 'ਚ ਲੈ ਕੇ ਪੋਥੀਆਂ ਤੇ ਚੌਰ ਸਾਹਿਬ ਕਰਦੇ ਹੋਏ ਸੱਚੇ ਪਾਤਸ਼ਾਹ ਪੋਥੀਆਂ ਲੈ ਕੇ ਆਏ ਸਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆ ਗਏ, ਮਹਾਰਾਜ ਕਹਿੰਦੇ, ਇਕਾਂਤ ਥਾਂ ਲੱਭੋ ਜਿੱਥੇ ਕੋਈ ਨਾ ਆਵੇ ਜਾਵੇ। ਉਹ ਇਕਾਂਤ ਥਾਂ ਭਾਈ ਗੁਰਦਾਸ ਜੀ ਹੋਰ ਸਿੱਖ ਸਾਰੇ ਮਿਲ ਕੇ ਲੱਭਦੇ ਆ। ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਲਾਗੇ ਹੀ ਰਾਮਸਰ ਸਾਹਿਬ, ਉੱਥੇ ਇਕਾਂਤ ਥਾਂ ਹੈ। ਸੰਗਤ ਨੂੰ ਹੁਕਮ ਕਰਤਾ, ਤੁਸੀਂ ਉੱਥੇ ਨਹੀਂ ਆਉਣਾ। ਹੁਣ ਧਿਆਨ ਨਾਲ ਸੁਣਿਓ, ਸੰਗਤ ਨੂੰ ਕੀ ਹੁਕਮ ਕੀਤਾ? ਤੁਸੀਂ ਰਾਮਸਰ ਨਹੀਂ ਆਉਣਾ, ਤੁਸੀਂ ਉੱਥੇ ਰਹਿਣਾ ਦਰਬਾਰ ਸਾਹਿਬ। ਸੰਗਤਾਂ ਕਹਿੰਦੀਆਂ, ਮਹਾਰਾਜ ਤੁਹਾਡੇ ਦਰਸ਼ਨ ਕਰਿਆ ਕਰਨੇ ਆ, ਕਿਵੇਂ ਕਰਿਆ ਕਰੀਏ? ਤੇ ਗੁਰੂ ਅਰਜਨ ਦੇਵ ਜੀ ਦਾ ਬਚਨ ਬੜੇ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ, ਦਰਬਾਰ ਸਾਹਿਬ ਦੇ ਦਰਸ਼ਨ ਕਰ ਲਿਆ ਕਰੋ, ਸਾਡੇ ਦਰਸ਼ਨਾਂ ਦਾ ਫਲ ਮਿਲ ਜਾ ਕਰੇਗਾ। ਕਹਿੰਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਜਿਹੜਾ ਕਰ ਲੈਂਦਾ, ਟੀਵੀ 'ਚ ਵੀ ਕਰ ਲੈਂਦਾ, ਉਹਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨਾਂ ਦਾ ਫਲ ਮਿਲਦਾ ਹੈ ਜੀ। ਹਾਂਜੀ, ਬੜੀ ਭਾਵਨਾ ਵਾਲਾ ਸਿੱਖ, ਮੈਂ ਉਹਦੇ ਲਾਗੇ ਖਲੋਤਾ, ਦਰਬਾਰ ਸਾਹਿਬ ਦੇ ਦਰਸ਼ਨ ਕਰੀ ਜਾਵੇ ਕਰੀ ਜਾਵੇ ਕਰੀ ਜਾਵੇ। ਮੈਂ ਕਿਹਾ, ਜੀ ਕੀ ਕਰ ਰਹੇ ਹੋ? ਕਹਿੰਦਾ, ਇੰਨਾ ਸੋਹਣਾ ਹੈ, ਜੀ ਨਹੀਂ ਕਰਦਾ ਵੀ ਅੱਖਾਂ ਪਰਾਂ ਕਰੀਏ। ਕਹਿੰਦੇ ਜੀ ਕਰਦਾ ਦਰਸ਼ਨ ਕਰੀ ਜਾਈਏ ਕਰੀ ਜਾਈਏ। 4 ਸਾਲ ਮਹਾਰਾਜ ਨੇ ਲਾਏ। ਮਹਾਰਾਜ ਸਿੱਖਾਂ ਨੂੰ, ਬਾਬਾ ਬੁੱਢਾ ਜੀ ਨੂੰ ਕਹਿੰਦੇ, ਸੰਗਤ ਇੱਥੇ ਰੁਕ ਕੇ ਰੱਖਣੀ ਹੈ,
ਬਾਬਾ ਬੁੱਢਾ ਜੀ ਤੁਸਾਂ ਹੀ ਸੰਗਤ ਨੂੰ ਉਪਦੇਸ਼ ਦੇਣਾ ਤੇ ਸਾਰੀ ਸੰਗਤ ਨੂੰ ਕਹਿ ਦਿਓ ਜਿਹੜਾ ਦਰਬਾਰ ਸਾਹਿਬ ਦੇ ਦਰਸ਼ਨ ਕਰੇਗਾ ਸਾਡੇ ਦਰਸ਼ਨਾਂ ਦਾ ਫਲ ਉਹਨੂੰ ਪ੍ਰਾਪਤ ਹੋਏਗਾ। ਜੋ ਫਲ ਜੋ ਪੁੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਪ੍ਰਾਪਤ ਹੋਣੇ ਆ ਬਣਨੇ ਆ, ਉਹ ਪੁੰਨ ਫਲ ਸ੍ਰੀ ਹਰਿਮੰਦਰ ਸਾਹਿਬ ਅੱਗੇ ਹੱਥ ਜੋੜ ਕੇ ਖਲੋ ਜੋ, ਅੱਖਾਂ ਨਾਲ ਵੇਖੋ, ਭਾਵਨਾ ਨਾਲ ਦਰਸ਼ਨ ਕਰੋ, ਉਹ ਫਲ ਤੁਹਾਨੂੰ ਪ੍ਰਾਪਤ ਹੋ ਜਾਏਗਾ ਜੀ। ਇਹ ਸਤਿਗੁਰਾਂ ਦਾ ਬਚਨ ਹੈ। ਫਿਰ ਜਦੋਂ ਮਹਾਰਾਜ ਜੀ ਨੇ ਸਰੂਪ ਲਿਖਵਾਇਆ ਤੇ ਭਗਤ ਜਿਹੜੇ ਆ ਨਾ ਉਹ ਤਨ ਧਾਰ ਕੇ ਫਿਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਜੀ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸ਼ਰਧਾ ਵਾਲੇ ਪ੍ਰੇਮ ਵਾਲੇ ਇਹ ਗੱਲਾਂ ਸੁਣਦੇ ਆ ਕਰਦੇ ਆ, ਦੂਜੇ ਨਹੀਂ ਸੰਗਤ ਜੀ। ਮਹਾਰਾਜ ਬੈਠੇ, ਅੰਮ੍ਰਿਤ ਵੇਲੇ ਦਾ ਸਮਾਂ, ਨੂਰ ਹੀ ਨੂਰ, ਚਾਨਣ ਹੀ ਚਾਨਣ, ਤੇ ਮਹਾਰਾਜ ਕੋਲ ਕਿੰਨੇ ਪੁਰਸ਼ ਆਏ, ਚਿਹਰੇ ਦਗ ਦਗ ਕਰਦੇ। ਉਹ ਆ ਕੇ ਉਹਨਾਂ ਅਸਤੋਤਰ ਉਚਾਰਨ ਕੀਤਾ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ। ਅਸਤੋਤਰ ਮਹਾਰਾਜ ਦੀ ਸਿਫਤ ਕਵੀ ਸੰਤੋਖ ਸਿੰਘ ਜੀ ਨੇ ਸਾਰੀ ਲਿਖੀ ਹੈ। ਕਿਵੇਂ ਉਹ ਉਚਾਰਨ ਕਰਦੇ, ਸਦਾ ਜੈ ਸਦਾ ਜੈ ਸਦਾ ਜੈ ਆਨੰਦੇ, ਨਮਸਤੰ 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 ਗੋਬਿੰਦੇ। ਗੁਰੂ ਅਰਜਨ ਸਾਹਿਬ ਜੀ ਬਾਰੇ, ਮਹਾਰਾਜ ਤੁਸੀਂ ਰੱਬ ਹੋ, ਖੁਦਾ ਹੋ, ਪਰਮੇਸ਼ਰ ਹੋ, ਅਕਾਲ ਪੁਰਖ ਹੋ, ਧਰਤੀ ਤੇ ਸਰੀਰ ਧਾਰਨ ਕਰਕੇ ਵਿਚਰ ਰਹੇ ਹੋ ਜੀਵਾਂ ਦਾ ਭਲਾ ਕਰਨ ਵਾਸਤੇ। ਸਾਨੂੰ ਪਤਾ ਲੱਗਾ ਆਪ ਇੱਕ ਗ੍ਰੰਥ ਸਾਹਿਬ ਤਿਆਰ ਕਰ ਰਹੇ ਹੋ, ਤੇ ਮਹਾਰਾਜ ਕਿਰਪਾ ਕਰੋ ਜੇ ਤੁਹਾਨੂੰ ਚੰਗਾ ਲੱਗੇ ਕੁਝ ਅਸੀਂ ਵੀ ਬਾਣੀ ਉਚਾਰੀ ਹੈ ਉਹ ਤੁਹਾਨੂੰ ਬੋਲ ਕੇ ਸੁਣਾਈਏ। ਮਹਾਰਾਜ ਭੋਲੇ ਬਣ ਗਏ। ਮਹਾਰਾਜ ਕਹਿੰਦੇ ਤੁਸੀਂ ਹੈ ਕੌਣ? ਭਗਤ ਕਬੀਰ ਜੀ ਉੱਠੇ, ਕਹਿੰਦੇ ਮਹਾਰਾਜ ਇਹਨਾਂ ਨੂੰ ਲੋਕ ਫਰੀਦ ਕਹਿੰਦੇ, ਮਹਾਰਾਜ ਇਹ ਨਾਮਦੇਵ ਹੈ, ਇਹ ਭਗਤ ਬੇਣੀ ਹੈ, ਇਹ ਭਗਤ ਪੀਪਾ ਹੈ, ਇਹ ਭਗਤ ਜੈਦੇਵ ਜੀ ਹੈ, ਇਹ ਭਗਤ ਧੰਨਾ ਜੀ ਨੇ, ਇਹ ਭਗਤ ਬੇਣੀ ਜੀ ਨੇ। ਸਾਰੇ ਭਗਤਾਂ ਦਾ ਨਾਮ ਗਿਣਾ ਕੇ ਕਹਿੰਦੇ ਮੈਂ ਕਬੀਰ ਹਾਂ ਕਹਿਣ ਲੱਗੇ। ਮਹਾਰਾਜ ਕਹਿੰਦੇ ਤੁਸੀਂ ਉਹ ਭਗਤ ਹੋ? ਕਹਿੰਦੇ ਹਾਂ। ਉਹ ਫਿਰ ਸਾਰੇ ਆਪਣੀ ਬਾਣੀ ਅੰਮ੍ਰਿਤ ਵੇਲੇ ਸੰਗਤ ਜੀ ਲਿਖਾਉਂਦੇ ਹੁੰਦੇ ਸਨ। ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤ ਵੇਲੇ ਹੀ ਮਹਾਰਾਜ ਜੀ ਦੇ ਚਰਨਾਂ 'ਚ ਆ ਜਾਣਾ ਸਾਰਿਆਂ ਨੇ, ਬਾਣੀ ਲਿਖਾਉਣੀ ਸਾਰਿਆਂ ਨੇ, ਤੇ ਪੜਦਾ ਕਰ ਲੈਂਦੇ ਸਨ ਮਹਾਰਾਜ। ਭਾਈ ਗੁਰਦਾਸ ਜੀ ਉੱਥੇ ਹੀ ਹੁੰਦੇ ਸੀ, ਪਤਾ ਨਹੀਂ ਸੀ ਲੱਗਦਾ ਉਹਨਾਂ ਨੂੰ। ਭਾਈ ਗੁਰਦਾਸ ਜੀ ਇੱਕ ਦਿਨ ਸੋਚਦੇ ਵੀ ਗੁਰੂ ਅਰਜਨ ਦੇਵ ਜੀ ਭਗਤਾਂ ਦੀ ਬਾਣੀ ਕਿਵੇਂ ਉਚਾਰੀ ਜਾਂਦੇ ਆ। ਮਨ 'ਚ ਗੱਲ ਆ ਗਈ ਵੀ ਕਹਿੰਦੇ ਆ ਕਹੈ ਕਬੀਰ ਕਹਿ ਰਵਿਦਾਸ ਕਹੈ ਧੰਨਾ ਪੂਰਨ ਤਾਹੂ ਕੋ, ਭਗਤਾਂ ਦੀ ਕਿਵੇਂ ਉਚਾਰੀ ਜਾਂਦੇ ਆ ਬਾਣੀ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਗੁਰਦਾਸ ਜੀ ਜਿਸ ਸਮੇਂ ਤੁਸੀਂ ਆਉਂਦੇ ਹੋ ਨਾ ਰੋਜ਼ ਇੱਥੇ ਸਾਡੇ ਕੋਲ, ਔਰ ਤੋਂ ਕੁਝ ਸਮਾਂ ਪਹਿਲਾਂ ਆ ਜਿਓ, ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਬਾਣੀ ਕਿਵੇਂ ਉਚਾਰਦੇ ਹਾਂ। ਸਾਧ ਸੰਗਤ ਜੀ ਫਿਰ ਇਸੇ ਤਰ੍ਹਾਂ ਹੋਇਆ। ਭਾਈ ਗੁਰਦਾਸ ਜੀ ਪਹਿਲਾਂ ਆ ਗਏ। ਕੀ ਵੇਖਦੇ ਆ? ਤੰਬੂ 'ਚ ਚਾਨਣ ਹੀ ਚਾਨਣ ਹੋਇਆ, ਬੜਾ ਹੀ ਚਾਨਣ ਹੈ, ਤੇ ਓਲੇ ਹੋ ਕੇ ਵੇਖਦੇ ਆ ਬੜੇ ਭਗਤ ਬੈਠੇ ਆ, ਚਿਹਰਿਆਂ ਤੇ ਨੂਰ, ਲੰਬੇ ਲੰਬੇ ਦਾੜੇ, ਕਿਆ ਹੀ ਬਾਤਾਂ ਨੇ। ਤੇ ਓਲੇ ਹੋ ਕੇ ਖਲੋ ਕੇ ਸਭ ਕੁਝ ਵੇਖਦੇ ਰਹੇ। ਜਦੋਂ ਭਗਤ ਹੋਣੀ ਸਾਰੇ ਬਾਹਰ ਨਿਕਲੇ ਆ ਤੇ ਭਾਈ ਗੁਰਦਾਸ ਜੀ ਨਮਸਕਾਰ ਕਰਦੇ ਆ ਸਾਰਿਆਂ ਨੂੰ। ਤੁਰਦੇ ਤੁਰਦੇ ਹੀ ਸਾਰੇ ਅਲੋਪ ਹੋ ਗਏ ਜੀ, ਤੁਰਦੇ ਤੁਰਦੇ। ਫਿਰ ਭਾਈ ਗੁਰਦਾਸ ਜੀ ਨੇ ਆ ਕੇ ਮਾਫੀ ਵੀ ਮੰਗੀ। ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਮਾਫੀ ਦੇ ਦਿਓ, ਮਹਾਰਾਜ ਮੈਨੂੰ ਪਤਾ ਨਹੀਂ ਸੀਗਾ ਇਸ ਗੱਲ ਦਾ। ਮਹਾਰਾਜ ਇੱਥੇ ਤਾਂ ਖੁਦ ਭਗਤ ਹੁੰਦੇ ਆ। ਮਹਾਰਾਜ ਅੱਜ ਤੁਸੀਂ ਕਿਰਪਾ ਕੀਤੀ, ਮੈਨੂੰ ਦ੍ਰਿਸ਼ਟੀ ਦਿੱਤੀ, ਮੈਂ ਇਹਨਾਂ ਰੱਬ ਦੇ ਰੱਤਿਆਂ ਭਗਤਾਂ ਦੇ ਦਰਸ਼ਨ ਕੀਤੇ ਆ। ਮਹਾਰਾਜ ਇੱਕ ਕਿਰਪਾ ਕਰੋ, ਮੈਂ ਰੋਜ਼ ਹੀ ਇਹਨਾਂ ਦੇ ਦਰਸ਼ਨ ਕਰਿਆ ਕਰਾਂ। ਮਹਾਰਾਜ ਕਹਿੰਦੇ ਭਾਈ ਗੁਰਦਾਸ ਤਥਾਸਤੁ, ਠੀਕ ਹੈ, ਅੱਜ ਤੋਂ ਤੈਨੂੰ ਵੀ ਭਗਤਾਂ ਦੇ ਦਰਸ਼ਨ ਹੋ ਜਾਇਆ ਕਰਨਗੇ। ਅੱਜ ਤੋਂ ਤੁਹਾਨੂੰ ਵੀ ਭਗਤਾਂ ਦੇ ਦਰਸ਼ਨ ਹੋ ਜਾਇਆ ਕਰਨਗੇ। ਫਿਰ ਭਾਈ ਗੁਰਦਾਸ ਜੀ ਨੂੰ ਉਹਨਾਂ ਸਾਰੇ ਭਗਤਾਂ ਦੇ ਦਰਸ਼ਨ ਹੋ ਜਾਂਦੇ ਸਨ ਜੀ। ਭੱਟ ਆਏ ਆ, ਵੇਦ ਸਨ, ਰੂਪ ਧਾਰ ਕੇ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ।
ਅਨਾਉਂਸਮੈਂਟ ਕਰਦੇ ਹਾਂ। ਉਹ ਵੀ ਆ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਝੁਕਦੇ ਆ, ਸਤਿਗੁਰਾਂ ਦੀਆਂ ਸਿਫਤਾਂ ਕਰਦੇ ਆ, ਵਡਿਆਈਆਂ ਕਰਦੇ ਆ, ਗੁਰੂ ਜੀ ਦੀ ਸੋਭਾ ਕਰਦੇ ਆ, ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਝੁਕਦੇ ਆ। ਜਿਉਂ-ਜਿਉਂ ਮਹਾਰਾਜ ਦੀ ਉਸਤਤ ਕਰਦੇ ਸਨ, ਤਿਉਂ-ਤਿਉਂ ਉਹਨਾਂ ਦਾ ਮਨ ਸ਼ਾਂਤ ਹੁੰਦਾ ਸੀਗਾ, ਅੰਦਰੋਂ ਹਉਮੈ ਦਾ ਅਭਾਵ ਹੁੰਦਾ ਸੀਗਾ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਸਾਰਾ ਸਰੂਪ ਤਿਆਰ ਕਰਵਾਇਆ, ਹਰਿਮੰਦਰ ਸਾਹਿਬ ਪ੍ਰਕਾਸ਼ ਵੀ ਕਰਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਆ, ਬਾਬਾ ਜੀ ਕਿੱਥੇ ਪ੍ਰਕਾਸ਼ ਕਰੀਏ? ਬਾਬਾ ਜੀ ਕਹਿੰਦੇ, ਮਹਾਰਾਜ ਮੈਂ ਤੇ ਝਾੜੂ ਮਾਰਨ ਵਾਲਾ ਹਾਂ, ਮੈਂ ਤੁਹਾਨੂੰ ਕੀ ਦੱਸਾਂਗਾ। ਮਹਾਰਾਜ ਕਹਿੰਦੇ, ਨਹੀਂ ਬਾਬਾ ਜੀ ਤੁਸੀਂ ਦੱਸੋ। ਬਾਬਾ ਜੀ ਕਹਿਣ ਲੱਗੇ, ਫਿਰ ਮਹਾਰਾਜ ਰਾਮਦਾਸ ਸੁੰਦਰ ਦਰਬਾਰਾ, ਮਹਾਰਾਜ ਗੁਰੂ ਰਾਮਦਾਸ ਜੀ ਦਾ ਦਰਬਾਰ ਹਰਿਮੰਦਰ ਸਾਹਿਬ, ਉੱਥੇ ਪ੍ਰਕਾਸ਼ ਕਰੀਏ। ਮਹਾਰਾਜ ਕਹਿੰਦੇ, ਸਾਡੇ ਮਨ ਦੀ ਗੱਲ ਕਹੀ। ਸਾਧ ਸੰਗਤ ਜੀ ਫਿਰ ਪ੍ਰਕਾਸ਼ ਕੀਤਾ। ਬੜੇ ਦੂਰ ਦੂਰ ਸਤਿਗੁਰੂ ਜੀ ਵਿਚਰਦੇ ਰਹੇ। ਤਰਨ ਤਾਰਨ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਰੋਵਰ ਬਣਵਾਇਆ, ਉੱਥੇ ਵੀ ਇਸ਼ਨਾਨ ਕਰਦੇ ਹਾਂ ਅਸੀਂ ਜਾ ਕੇ, ਸੰਗਤਾਂ ਦਰਸ਼ਨ ਕਰਦੀਆਂ ਨੇ। ਚੋਲਾ ਸਾਹਿਬ ਮਹਾਰਾਜ ਗਏ। ਚੋਲਾ ਸਾਹਿਬ ਦੀ ਸਾਖੀ ਬਾਬਾ ਜੀ ਦੇ ਮੁਖੋਂ ਵੀ ਆਪ ਜੀ ਨੇ ਵੈਸੇ ਬੜੀ ਵਾਰੀ ਸੁਣੀ ਹੈ। ਪੱਠੇਵਿੜ ਦੇ ਲਾਗੇ ਮਹਾਰਾਜ ਉਸ ਇਲਾਕੇ ਵਿੱਚ ਵਿਚਰ ਰਹੇ ਸਨ। ਇੱਕ ਪਿੰਡ ਵਾਲਿਆਂ ਸਤਿਕਾਰ ਨਾ ਸੀ ਕੀਤਾ। ਭੈਣੀ ਪਿੰਡ ਦਾ ਇੱਕ ਪੰਚ ਸੀਗਾ, ਉਹ ਸਤਿਗੁਰੂ ਜੀ ਨੂੰ ਆਪਣੇ ਘਰ ਲੈ ਆਇਆ। ਗੁਰੂ ਅਰਜਨ ਦੇਵ ਜੀ ਕਹਿੰਦਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਘਰ ਚਰਨ ਪਾਓ। ਮਹਾਰਾਜ ਉਹਦੇ ਘਰ ਗਏ। ਉਹਦੀ ਬੀਬੀ ਭਾਗਾਂ ਵਾਲੀ ਬੜੀ ਸਿਆਣੀ, ਉਹਨੇ ਵੇਖਿਆ ਦੁਪਹਿਰ ਦਾ ਸਮਾਂ ਹੈ, ਭੋਜਨ ਪ੍ਰਸ਼ਾਦ ਤਿਆਰ ਹੁੰਦਿਆਂ ਟਾਈਮ ਲੱਗ ਜਾਣਾ, ਸਮਾਂ ਲੱਗ ਜਾਣਾ। ਉਹਨੇ ਛੇਤੀ ਦੇ ਨਾਲ ਸੰਗਤ ਜੀ ਚੂਰੀ ਕੁੱਟੀ, ਸਤਿਗੁਰਾਂ ਨੂੰ ਛਕਾਈ, ਤੇ ਮਹਾਰਾਜ ਦਾ ਪ੍ਰੇਮ ਵੇਖ ਕੇ ਉੱਥੇ ਸ਼ਬਦ ਉਚਾਰਿਆ, ਸੀਤਲ ਮਹਾ ਆਨੰਦ ਸੁਖ ਪਾਇਆ, ਸੰਤ ਸੰਗ ਰਹਿਓ ਓਲਾ, ਹਰ ਧਨ ਸੰਚਨ ਹਰ ਨਾਮ ਭੋਜਨ, ਇਹੋ ਨਾਨਕ ਕੀਨੋ ਚੋਲਾ। ਮਹਾਰਾਜ ਕਹਿੰਦੇ, ਮਾਤਾ ਤੂੰ ਤਾਂ ਚੋਲਾ ਬਣਾ ਕੇ ਲੈ ਕੇ ਆਈ ਹੈ, ਚੋਰੀ ਨਹੀਂ ਚੋਲਾ ਹੈ। ਜਦੋਂ ਲੜੀਵਾਰ ਇਹ ਪ੍ਰਸੰਗ ਆਇਆ, ਇਹਦੀ ਕਥਾ ਹੋਈ, ਅਗਲੇ ਦਿਨ ਹੀ ਗੁਰਦੁਆਰਾ ਸਾਹਿਬ ਇੱਕ ਮਾਤਾ ਚੋਲਾ ਬਣਾ ਕੇ ਲੈ ਆਈ। ਕਹਿੰਦੀ, ਤੂੰ ਵੇਖਿਆ ਨਹੀਂ ਹੋਣਾ ਚੋਲਾ? ਮੈਂ ਨਹੀਂ ਸੀ ਵੇਖਿਆ। ਕਹਿਣ ਲੱਗੀ, ਆ ਹੁੰਦਾ ਹੀ ਚੋਲਾ, ਖਾ ਇਹਨੂੰ। ਉਹ ਮਹਾਰਾਜ ਨੇ ਕਿਹਾ ਵੀ ਇਸ ਪਿੰਡ ਦਾ ਨਾਮ ਕੀ ਹੈ? ਕਹਿੰਦੇ, ਮਹਾਰਾਜ ਇਸ ਪਿੰਡ ਦਾ ਨਾਮ ਭੈਣੀ। ਮਹਾਰਾਜ ਕਹਿੰਦੇ, ਨਹੀਂ, ਇਹੋ ਨਾਨਕ ਕੀਨੋ ਚੋਲਾ, ਇਸ ਪਿੰਡ ਦਾ ਨਾਮ ਹੀ ਚੋਲਾ ਹੈ। ਕਹਿਣ ਲੱਗੇ, ਜਦੋਂ ਮਹਾਰਾਜ ਨੇ ਇਹ ਬਚਨ ਕਰਤਾ ਵੀ ਪਿੰਡ ਦਾ ਨਾਮ ਹੀ ਚੋਲਾ ਹੈ, ਤੇ ਉੱਥੇ ਇੱਕ ਕਮਲਾ ਬੈਠਾ ਹੈ ਮੂਰਖ, ਕਹਿੰਦਾ, ਨਹੀਂ ਮਹਾਰਾਜ ਭੈਣੀ ਹੈ। ਮਹਾਰਾਜ ਕਹਿੰਦੇ, ਚੁੱਪ ਰਹੀਦਾ ਹੁੰਦਾ ਹੈ, ਜੋ ਕਹਿਤਾ ਠੀਕ ਹੈ, ਚੋਲਾ ਹੈ। ਕਹਿੰਦਾ, ਨਹੀਂ ਭੈਣੀ ਹੈ। ਮਹਾਰਾਜ ਕਹਿੰਦੇ, ਚੋਲਾ ਹੈ। ਕਹਿੰਦਾ, ਮਹਾਰਾਜ ਭੈਣੀ ਹੈ। ਮਹਾਰਾਜ ਕਹਿੰਦੇ, ਕਮਲਿਆ ਚੋਲਾ ਹੈ। ਬਸ ਉਹ ਫਿਰ ਕਮਲਿਆ ਜਦੋਂ ਨਿਕਲਿਆ, ਫਿਰ ਉਹ ਕਮਲਾ ਹੋ ਗਿਆ ਜੀ। ਉਸੇ ਵੇਲੇ ਕੱਪੜੇ ਫਾੜ ਲਏ, ਬਾਜ਼ਾਰਾਂ 'ਚ ਤੁਰਿਆ ਫਿਰੇ। ਪਿੰਡ ਵਾਲਿਆਂ ਮਾਫੀ ਵੀ ਮੰਗੀ ਉਹਦੀ। ਮਹਾਰਾਜ ਕਹਿੰਦੇ, ਕਦੀ ਸਹੀ ਹੋਇਆ ਕਰੇਗਾ, ਕਦੀ ਕਮਲਾ ਹੋ ਜਾਏਗਾ। ਹੁਣ ਵੀ ਉਹਦੇ ਖਾਨਦਾਨ 'ਚ ਇਹੋ ਕੁਝ ਹੀ ਤੁਰਿਆ ਹੁੰਦਾ। ਵੇਖੋ ਸਤਿਗੁਰੂ ਜੀ ਦੀ ਰਸਨਾ, ਸਤਿਗੁਰੂ ਜੀ ਦੇ ਅੰਮ੍ਰਿਤ ਬੋਲ, ਜਾਂ ਕਾ ਕਹਿਆ ਦਰਗਹਿ ਚੱਲੈ। ਸਤਿਗੁਰੂ ਜੀ ਦਾ ਕਹਿਆ ਹੋਇਆ ਤੇ ਦਰਗਾਹ 'ਚ ਚੱਲਦਾ ਹੈ। ਤੇ ਸੰਸਾਰ ਕੀ ਚੀਜ਼ ਹੈ ਸਾਧ ਸੰਗਤ ਜੀ, ਇੱਥੇ ਵੀ ਮਹਾਰਾਜ ਦਾ ਹੀ ਚੱਲਣਾ। ਮਹਾਰਾਜ ਪਿੰਡ ਵਾਲਿਆਂ ਨੂੰ ਕਹਿਣ ਲੱਗੇ, ਤੁਸੀਂ ਇਸ ਪਿੰਡ ਨੂੰ ਚੋਲਾ ਹੀ ਕਹਿਣਾ, ਜਿਹਨੂੰ ਚੋਲਾ ਸਾਹਿਬ ਕਹਿੰਦੇ ਆ ਹੁਣ ਸਤਿਕਾਰ, ਚੋਲਾ ਹੀ ਆਖਣਾ। ਉੱਥੋਂ ਦੇ ਪਿੰਡ ਦੇ ਦੋ ਬੰਦੇ ਟੈਕਸ ਤਾਰਨ ਗਏ, ਮਾਮਲਾ ਦੇਣ ਗਏ। ਉੱਥੇ ਉਹ ਵਹੀ ਖਾਤਾ ਖੋਲ੍ਹ ਕੇ ਲਿਖ ਰਿਹਾ ਸੀ। ਤਾਂ ਜਦੋਂ ਪਿੰਡ ਵਾਲੇ ਬੰਦੇ ਆਏ, ਹਰ ਵਾਰ ਉਹੋ ਹੀ ਪੈਸੇ ਜਮ੍ਹਾਂ ਕਰਦਾ ਸੀ, ਉਹ ਜਮ੍ਹਾਂ ਕਰਾਉਣ ਆਉਂਦੇ ਸਨ। ਕਹਿਣ ਲੱਗਾ, ਆ ਗਏ ਉਹ ਭੈਣੀਆਂ ਵਾਲਿਓ। ਉਹ ਕਹਿਣ ਲੱਗੇ, ਭੈਣੀ ਵਾਲੇ ਨਹੀਂ, ਅਸੀਂ ਚੋਲੇ ਵਾਲੇ ਆ। ਉਹ ਕਹਿੰਦਾ, ਮੈਂ ਜਾਣਦਾ ਤੁਹਾਨੂੰ, ਹਰ ਵਾਰ ਤਾਂ ਆਉਂਦੇ ਹੋ, ਤੁਹਾਡਾ ਪਿੰਡ ਭੈਣੀ ਹੈ। ਕਹਿੰਦੇ, ਨਹੀਂ, ਸਾਡਾ ਪਿੰਡ ਚੋਲਾ ਹੈ। ਉਹ ਕਹਿਣ ਲੱਗਾ, ਹੱਦ ਹੋ ਗਈ। ਕਹਿੰਦਾ, ਮੈਂ ਤੁਹਾਨੂੰ ਹੁਣੇ ਵਿਖਾ ਦਿੰਦਾ। ਜਦੋਂ ਉਹਨੇ ਵਹੀ ਖਾਤਾ ਕੱਢਿਆ ਤੇ ਸਰਕਾਰੀ ਵਹੀ ਖਾਤਾ ਸੀਗਾ, ਸਰਕਾਰੀ ਵਹੀ ਖਾਤੇ ਵਿੱਚ ਭੈਣੀ ਦੀ ਥਾਂ ਤੇ ਚੋਲਾ ਲਿਖਿਆ ਗਿਆ ਸੀਗਾ।
ਸਾਰੇ ਕਿਤੇ ਭੈਣੀ ਨਾਮ ਹੀ ਉੱਡ ਗਿਆ। ਮਹਾਰਾਜ ਨੇ ਚੋਲਾ ਕਿਹਾ ਸੀਗਾ, ਚੋਲਾ ਹੀ ਲਿਖਿਆ ਗਿਆ। ਉਹਨੇ ਇਹ ਗੱਲ ਜਹਾਂਗੀਰ ਨੂੰ ਦੱਸੀ। ਜਹਾਂਗੀਰ ਹੈਰਾਨ ਹੋਇਆ ਵੀ ਐਡੀ ਵੱਡੀ ਤਾਕਤ, ਮੁੱਖੋਂ ਬਚਨ ਕੀਤਾ, ਪਿੰਡ ਦਾ ਨਾਮ ਬਦਲਿਆ, ਸਾਡੇ ਕਾਗਜ਼ਾਂ 'ਚ ਵੀ ਨਾਮ ਬਦਲ ਗਿਆ। ਉਹਨੇ ਫਿਰ ਉੱਥੋਂ ਬੈਠਿਆਂ ਹੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ। ਕਹਿਣ ਲੱਗਾ ਇਸ ਪਿੰਡ ਦਾ ਅੱਜ ਤੋਂ ਕਰ ਲੈਣਾ ਹੀ ਨਹੀਂ, ਟੈਕਸ ਲੈਣਾ ਹੀ ਨਹੀਂ, ਇਸ ਪਿੰਡ ਦਾ ਟੈਕਸ ਮਾਫ। ਬੜੇ ਕੌਤਕ ਸਤਿਗੁਰਾਂ ਜੀ ਨੇ ਕੀਤੇ, ਬੜਿਆਂ ਤੇ ਹੀ ਬਖਸ਼ਿਸ਼ਾਂ ਕੀਤੀਆਂ, ਬੜਿਆਂ ਤੇ ਹੀ ਬਖਸ਼ਿਸ਼ਾਂ ਕੀਤੀਆਂ, ਬੜਿਆਂ ਤੇ ਹੀ ਕਿਰਪਾਵਾਂ ਕੀਤੀਆਂ, ਹੁਣ ਵੀ ਕਰਦੇ ਆ। ਇਸ ਕਰਕੇ ਗੁਰੂ ਰਾਮਦਾਸ ਜੀ ਦਾ ਬਚਨ ਹੈ, ਕਹਿੰਦੇ ਸਿੱਖੋ ਗੁਰੂ ਸਾਹਿਬ ਪ੍ਰਤੱਖ ਹਰ ਹਨ, ਪ੍ਰਤੱਖ ਪਰਮੇਸ਼ਰ ਹਨ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਅੱਜ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਆ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਆਹ ਪੰਕਤੀ ਪੜ੍ਹ ਲਓ, ਫਿਰ ਦਾਸ ਖਿਮਾ ਮੰਗੇਗਾ, ਕੋਈ ਰਸਨਾ ਬਾਂਝੀ ਨਾ ਰਹੇ। ਬਾਬਾ ਜੀ ਦੀ ਇਹ ਪੰਕਤੀ ਰੀਤ ਤੁਸੀਂ ਸੁਣੀ ਹੈ, ਬੜੀ ਮਿੱਠੀ ਤੇ ਪਿਆਰੀ ਰੀਤ ਹੈ। ਅਸੀਂ ਗੁਰਦੁਆਰਾ ਸਾਹਿਬ ਕਥਾ ਕਰਦੇ ਹਾਂ, ਇਹ ਰੀਤ ਬੋਲਦੇ ਹੀ ਰਹਿੰਦੇ ਹਾਂ, ਅਤੇ ਉੱਥੋਂ ਦੇ ਬੱਚੇ ਨੂੰ ਵੀ ਇਹ ਪੰਕਤੀਆਂ ਯਾਦ ਹੋ ਗਈਆਂ। ਇਹ ਰੀਤ ਨਾ ਬੱਚੇ ਦੇ ਹਿਰਦੇ 'ਚ ਵਸ ਗਈ ਹੈ। ਆਓ ਆਹ ਪੰਕਤੀ ਪੜ੍ਹ ਕੇ ਧਿਆਨ ਗੁਰੂ ਅਰਜਨ ਸਾਹਿਬ ਜੀ ਦਾ ਧਰੋ, ਅਤੇ ਫਿਰ ਦਾਸ ਖਿਮਾ ਮੰਗੇ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਜਿੰਨੇ ਬੈਠੇ ਆ ਗੱਜ ਕੇ ਉਚਾਰੀਏ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਜਪੋ ਸਤਿਗੁਰ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ। ਗੱਜ ਕੇ ਸਤਿਗੁਰ ਪ੍ਰਤੱਖ ਹਰ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਿਰਪਾ ਕਰਨ, ਸਤਿਗੁਰਾਂ ਪ੍ਰਤੀ ਸ਼ਰਧਾ ਭਰੋਸਾ ਸਾਡੇ ਮਨ ਵਿੱਚ ਪੱਕਾ ਹੋਵੇ, ਸਾਡੇ ਮਨ ਵਿੱਚ ਵਸ ਜਾਵੇ। ਗਰੀਬ ਨਵਾਜ ਜੀ ਸਾਡੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ। ਹੁਣ ਬਾਬਾ ਜੀ ਨੇ ਆਪ ਜੀ ਨੂੰ ਸਤਿਗੁਰੂ ਜੀ ਦਾ ਜਸ ਵਡਿਆਈ ਕੀਰਤਨ ਰੂਪ ਵਿੱਚ ਸਰਵਣ ਕਰਾਵਣੀ ਹੈ, ਕਥਾ ਸਰਵਣ ਕਰਾਵਣੀ ਹੈ। ਦਾਸ ਦੀਆਂ ਹੋਈਆਂ ਭੁੱਲਾਂ ਨੂੰ ਆਪ ਜੀ ਬਖਸ਼ ਦੇਣਾ ਜੀ। ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਹੋਵੇ। ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।